ਸਤਨਾਮ ਵਾਹਿਗੁਰੂ ਸਾਹਿਬ ਜੀਓ। ਮਹੱਲਾ ਪਹਿਲਾ। ਮੁਆ ਪਿਆਰ ਪ੍ਰੀਤ ਮੁਈ, ਮੁਆ ਵੈਰ ਵਾਦੀ। ਵਨ ਗਿਆ ਰੂਪ ਵਿਣਸਿਆ, ਦੁਖੀ ਦੇਹ ਰੁਲੀ। ਮੁਆ ਪਿਆਰ ਪ੍ਰੀਤ ਮੁਈ, ਮੁਆ ਵੈਰ ਵਾਦੀ। ਵਨ ਗਿਆ ਰੂਪ ਵਿਣਸਿਆ, ਦੁਖੀ ਦੇਹ ਰੁਲੀ। ਕਿੱਥੋਂ ਆਇਆ ਕਹਿ ਗਿਆ, ਕਿਹੋ ਨਾ ਸੀਓ ਕਿਹੋ ਸੀ। ਮਨ ਮੁਖ ਗੱਲਾਂ ਗੋਈਆਂ, ਕੀਤਾ ਚਾਉ ਰਲੀ। ਨਾਨਕ ਸੱਚੇ ਨਾਮ ਬਿਨ, ਸਿਰ ਖੁਰ ਪਤ ਪਾਟੀ। ਮਨ ਮੁਖ ਗੱਲਾਂ ਗੋਈਆਂ, ਕੀਤਾ ਚਾਉ ਰਲੀ। ਨਾਨਕ ਸੱਚੇ ਨਾਮ ਬਿਨ, ਸਿਰ ਖੁਰ ਪਤ ਪਾਟੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਸਤਿਗੁਰੂ ਜੀ, ਦਾਤਾਰ ਜੀ ਦੀ ਪਾਵਨ ਅੰਮ੍ਰਿਤ ਹਜ਼ੂਰੀ ਦੇ ਅੰਦਰ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ। ਆਪ ਜੀ ਵਡਭਾਗੇ ਹੋ ਜੋ ਸਤਿਗੁਰੂ ਜੀ ਦੀ ਕਿਰਪਾ ਮਿਹਰਮਤ ਦਾ ਸਦਕਾ ਪਾਵਨ ਦਰਬਾਰ ਦੀ ਹਾਜ਼ਰੀ ਪਰ ਰਖੇ ਹੋ। ਆਪ ਜੀ ਨੇ ਬੜੇ ਪਿਆਰ ਅਦਬ ਸ਼ਰਧਾ ਭਾਵਨਾ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਗੁਰੂ ਸਵਾਰਿਆਂ ਪਾਸੋਂ ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸਰਵਨ ਕੀਤੇ ਹਨ। ਆਓ ਗੁਰੂ ਕਿਰਪਾ ਸਦਕਾ ਜੋ ਨਿਧਾਂ ਪ੍ਰਤੀ ਆਪਾਂ ਸਤਿਗੁਰੂ ਜੀ ਦੇ ਪਾਵਨ ਲੜੀਵਾਰ ਸ਼ਬਦ ਦੀ ਵਿਚਾਰ ਕਰਦੇ ਹਾਂ, ਉਸੇ ਹੀ ਲੜੀ ਤਹਿਤ ਅੱਜ ਦੇ ਇਸ ਪਾਵਨ ਸ਼ਲੋਕ ਦੀ ਵਿਚਾਰ ਕਰਨੀ ਹੈ, ਜਿਸ ਦਾ ਪਾਠ ਆਪ ਜੀ ਨੇ ਸਰਵਨ ਕੀਤਾ। ਮਲਾਰ ਕੀ ਵਾਰ ਦੇ ਅੰਦਰ ਧੰਨ ਧੰਨ ਗੁਰੂ ਨਾਨਕ ਦਾਤਾਰ ਪਿਤਾ ਜੀ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤ ਰਸਨਾ ਤੋਂ ਉਚਾਰਨ ਇਹ ਸ਼ਲੋਕ 20ਵੀਂ ਪੌੜੀ ਦਾ ਦੂਸਰਾ ਸ਼ਲੋਕ ਹੈ। ਪਹਿਲੇ ਸ਼ਲੋਕ ਦੀ ਵਿਚਾਰ ਆਪ ਜੀ ਨੇ ਕੱਲ ਦੇ ਦੀਵਾਨਾਂ ਵਿੱਚ ਸਰਵਨ ਕੀਤੀ। ਸਤਿਗੁਰੂ ਧੰਨ ਗੁਰੂ ਨਾਨਕ ਦਾਤਾਰ ਪਿਤਾ ਜੀ ਇਸ ਪਾਵਨ ਅੰਮ੍ਰਿਤ ਸ਼ਬਦ ਵਿੱਚ ਇਹੀ ਰਹਿਮਤ ਕਿਰਪਾਲਤਾ ਕਰਦੇ ਨੇ ਕਿ ਇਸ ਸੰਸਾਰ ਸਾਗਰ ਦੇ ਅੰਦਰ, ਇਸ ਭਵਜਲ ਦੇ ਵਿੱਚ ਆਇਆ ਹੋਇਆ ਇਹ ਪ੍ਰਾਣੀ ਸਾਰੀ ਉਮਰ ਦੁਨੀਆ ਦੇ ਪਦਾਰਥਾਂ ਦੇ ਨਾਲ ਪ੍ਰੀਤ ਪਾਣ ਵਿੱਚ ਗੁਜ਼ਾਰ ਦਿੰਦਾ। ਸਾਰੀ ਉਮਰ ਪਦਾਰਥਾਂ ਦੇ ਮੋਹ ਵਿੱਚ ਇਸ ਦੀ ਗੁਜ਼ਰ ਜਾਂਦੀ ਹੈ। ਸਾਰੀ ਆਰਜਾ ਇਹ ਆਪਣੇ ਰੂਪ ਆਪਣੇ ਰੰਗ ਨੂੰ ਸਵਾਰਨ ਵਿੱਚ ਗੁਜ਼ਾਰ ਦਿੰਦਾ ਹੈ। ਸਾਰੀ ਉਮਰ ਹੀ ਇਹ ਰੰਗ ਰਲੀਆਂ ਤੇ ਮੌਜਾਂ ਮਾਨਣ ਦੇ ਵਿੱਚ ਹੀ ਗਲਤਾਨ ਰਹਿੰਦਾ ਹੈ। ਇਹ ਭੁੱਲ ਜਾਂਦਾ ਹੈ ਕਿ ਇਸ ਸੰਸਾਰ ਨਾਲ ਪਾਈ ਹੋਈ ਪ੍ਰੀਤ ਵੀ ਮੇਰੇ ਮਰਨ ਨਾਲ ਹੀ ਮਰ ਜਾਣੀ ਹੈ।
ਇਹ ਭੁੱਲ ਜਾਂਦਾ ਹੈ ਕਿ ਪਦਾਰਥਾਂ ਨਾਲ ਪਾਇਆ ਹੋਇਆ ਪਿਆਰ ਵੀ ਮੇਰੇ ਮਰਨ ਦੇ ਨਾਲ ਹੀ ਮਰ ਜਾਣਾ ਹੈ। ਸੰਸਾਰ ਦੇ ਐਸ਼ ਉਹ ਆਰਾਮ, ਸੰਸਾਰ ਦੇ ਪਦਾਰਥਾਂ ਦਾ ਭੋਗਣਾ, ਇਹ ਸਭ ਕੁਝ ਇਸ ਕਾਇਆ ਦੇ ਵਿਨਸਣ ਦੇ ਨਾਲ ਹੀ ਵਿਨਸ ਜਾਣਾ ਹੈ। ਰੂਪ ਤੇ ਰੰਗ ਵੀ ਖਤਮ ਹੋ ਜਾਣਾ ਹੈ। ਤੇ ਜੇ ਪਤ ਜਾਣੀ ਹੈ, ਪਤ ਪੈਣੀ ਹੈ ਨਾਲ, ਜੇ ਕਿਤੇ ਅਦਬ ਸਤਕਾਰ ਮਿਲਣਾ ਹੈ, ਉਹ ਕੇਵਲ ਪਰਿਪੂਰਨ ਪਰਮਾਤਮਾ ਪਰਮੇਸ਼ਵਰ ਦੇ ਨਾਮ ਦੇ ਸਦਕਾ, ਜਿਸ ਨਾਲ ਇਹ ਸਾਰੀ ਉਮਰ ਆਪਣਾ ਸੰਬੰਧ ਤੇ ਲਗਾਵ ਰੱਖਣਾ ਚਾਹੁੰਦਾ ਹੀ ਨੇ। ਗੁਰੂ ਨਾਨਕ ਦਾਤਾਰ ਪਿਤਾ ਜੀ ਨੇ ਇਸ ਪਾਵਨ ਅੰਮ੍ਰਿਤ ਸ਼ਲੋਕ ਅੰਦਰ ਪੂਰਨ ਤੌਰ ਤੇ ਕੀ ਕਿਰਪਾ ਕੀਤੀ ਹੈ। ਗੁਰੂ ਕਿਰਪਾ ਸਦਕਾ ਆਪਾਂ ਇਸ ਪਾਵਨ ਸ਼ਬਦ ਦੀ ਵਿਚਾਰ ਗੁਰਬਾਣੀ ਆਧਾਰ ਤੇ ਕਰਨੀ ਹੈ। ਆਓ ਵਿਚਾਰ ਆਰੰਭਣ ਤੋਂ ਪਹਿਲਾਂ ਰਸਨਾ ਨੂੰ ਪਵਿੱਤਰ ਕਰੀਏ। ਕੋਈ ਰਸਨਾ ਵਾਂਝੀ ਨਾ ਰਹੇ। ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਵਿੱਚ ਗੁਰਦੇਵ ਪਿਤਾ ਮਹਾਰਾਜ ਜੀ ਨੇ ਮਨੁੱਖ ਦੇ ਮਨ ਅੰਦਰ ਸਦਾ ਉੱਠਦੇ ਹੋਏ ਇਹਨਾਂ ਸਵਾਲਾਂ ਦਾ ਜ਼ਿਕਰ ਕੀਤਾ ਹੈ। ਇੱਕ ਮਨੁੱਖੀ ਆਤਮਾ ਰਾਹੀਂ, ਇੱਕ ਮਨੁੱਖੀ ਮਾਨਸਿਕਤਾ ਦੇ ਪੱਧਰ ਤੇ ਰਹਿ ਕਰਕੇ ਗੁਰੂ ਨਾਨਕ ਦਾਤਾਰ ਪਿਤਾ ਮਹਾਰਾਜ ਜੀ ਸਾਧਾਰਨ ਜੀਵ ਦੀ ਗੱਲ ਕਰਦਿਆਂ ਕਿ ਹਰ ਇੱਕ ਪ੍ਰਾਣੀ ਮਾਤਰ ਦੇ ਅੰਦਰ ਜਦੋਂ ਉਹ ਕੁਝ ਥੋੜ੍ਹੀ ਜਿਹੀ ਵਿਚਾਰ ਰੱਖਦਾ ਹੈ, ਥੋੜ੍ਹੀ ਜਿਹੀ ਸਮਝ ਰੱਖਦਾ ਹੈ, ਤੇ ਉਸ ਸਮਝਦਾਰ, ਉਸ ਵਿਚਾਰਵਾਨ ਪ੍ਰਾਣੀ ਦੇ ਮਨ ਅੰਦਰ ਇਹ ਕੁਝ ਕੁ ਸਵਾਲ ਨੇ ਜੋ ਦੌੜਦੇ ਨੇ, ਕੁਝ ਕੁ ਸਵਾਲ ਨੇ ਜੋ ਨਿਤ ਉੱਠਦੇ ਨੇ। ਉਹ ਸਵਾਲ ਕੀ ਨੇ? ਗੁਰੂ ਨਾਨਕ ਦਾਤਾਰ ਪਿਤਾ ਮਹਾਰਾਜ ਜੀ ਨੇ ਆਪਣੀ ਅੰਮ੍ਰਿਤ ਬਾਣੀ ਗੌੜੀ ਰਾਗ ਅੰਦਰ ਇੱਕ ਸ਼ਬਦ ਕਿਹਾ ਕਿ ਇਹ ਪ੍ਰਾਣੀ ਤੇਰੇ ਅੰਦਰ ਇਹ ਸਵਾਲ ਸਦਾ ਉੱਠਦਾ ਹੈ, ਨਿਤ ਉੱਠਦਾ ਹੈ ਕਿ ਅਸੀਂ ਕਿੱਥੋਂ ਆਏ ਹਾਂ, ਕਿੱਥੇ ਜਾਣਾ ਹੈ, ਇਸ ਸੰਸਾਰ ਜਗਤ ਦੇ ਅੰਦਰ ਕਿਵੇਂ ਪੈਦਾ ਹੋਏ ਹਾਂ ਤੇ ਕਿਸ ਤਰ੍ਹਾਂ ਵਿਨਸ ਜਾਣਾ ਹੈ। ਜਗਤ ਸੰਸਾਰ ਦੇ ਇਹ ਪਏ ਹੋਏ ਬੰਧਨ ਇਹ ਕਿਵੇਂ ਟੁੱਟਣਗੇ, ਮਨੁੱਖ ਦੀ ਖਲਾਸੀ ਕਿਵੇਂ ਹੋਏਗੀ। ਇਸ ਤਰ੍ਹਾਂ ਦੇ ਕਈ ਸਵਾਲਾਤ ਨਿਤ ਸਾਡੀ ਜ਼ਿੰਦਗੀ ਦੇ ਅੰਦਰ, ਸਾਡੇ ਜੀਵਨ ਦੇ ਅੰਦਰ ਉੱਠਦੇ ਨੇ। ਕਿਵੇਂ ਪੈਦਾ ਹੋਏ, ਕਿਵੇਂ ਵਿਨਸ ਜਾਣਾ ਹੈ, ਕਿੱਥੋਂ ਅਸੀਂ ਆਏ ਹਾਂ, ਕਿੱਥੇ ਚਲੇ ਜਾਣਾ ਹੈ, ਇਹ ਬੰਧਨ ਕਿਵੇਂ ਪਏ ਨੇ, ਇਹ ਬੰਧਨਾਂ ਤੋਂ ਛੁਟਕਾਰਾ ਕਿਵੇਂ ਹੋਏਗਾ। ਤੇ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਇਹਨਾਂ ਸਵਾਲਾਂ ਦੀ ਗੱਲ ਕੀਤੀ। ਕਹਿਤੇ ਉਪਜੀ, ਕਿੱਥੋਂ ਅਸੀਂ ਪੈਦਾ ਹੋਏ, ਕਿੱਥੋਂ ਅਸੀਂ ਇਸ ਜਗਤ ਸੰਸਾਰ ਦੇ ਵਿੱਚ ਆਏ, ਤੇ ਨਾਸਵਾਨ ਕਿਵੇਂ ਹੋ ਜਾਣਾ ਹੈ। ਗੁਰਦੇਵ ਜੀ ਨੇ ਪਹਿਲਾਂ ਇਹਨਾਂ ਸਾਰੇ ਸਵਾਲਾਂ ਦੀ ਗੱਲ ਕੀਤੀ ਤੇ ਅਖੀਰ ਇਹਨਾਂ ਸਵਾਲਾਂ ਦਾ ਗੁਰਦੇਵ ਪਿਤਾ ਮਹਾਰਾਜ ਜੀ ਨੇ ਆਪ ਹੀ ਉੱਤਰ ਦਿੱਤਾ ਕਿ ਇਹ ਪ੍ਰਾਣੀ, ਜਿਸ ਵਕਤ ਇਹ ਮਨੁੱਖ, ਇਹ ਜੀਵ ਤੂੰ ਪਰਿਪੂਰਨ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਧਿਆਏਗਾ, ਅੰਮ੍ਰਿਤ ਨਾਮ ਤੇਰੇ ਹਿਰਦੇ ਵਿੱਚ ਹੋਏਗਾ, ਅੰਮ੍ਰਿਤ ਨਾਮ ਤੇਰੇ ਮੁਖ ਵਿੱਚ ਹੋਏਗਾ, ਤੇ ਉਸ ਨਰ ਹਰ ਪਰਿਪੂਰਨ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਤੈਨੂੰ ਸਾਰੀ ਸੋਝੀ ਪ੍ਰਾਪਤ ਹੋ ਜਾਏਗੀ ਕਿ ਇਸ ਸੰਸਾਰ ਜਗਤ ਵਿੱਚ ਆਉਣਾ ਕਿਵੇਂ ਹੋਇਆ, ਸੰਸਾਰ ਤੋਂ ਤੂੰ ਚਲਾਏ ਮਾਨ ਕਿਵੇਂ ਹੋਣਾ ਹੈ, ਤੇ ਇਸ ਜਗਤ ਸੰਸਾਰ ਦੇ ਬੰਧਨਾਂ ਤੋਂ ਤੂੰ ਕਿਵੇਂ ਛੁਟਕਾਰਾ ਪਾ ਸਕਦਾ ਹੈ। ਇਹ ਸਭ ਕੁਝ ਤੇਰੇ ਸੋਝੀ ਤਾਂ ਮਿਲੇਗੀ ਜੇ ਤੂੰ ਪਰਿਪੂਰਨ ਪਰਮਾਤਮਾ ਪਰਮੇਸ਼ਵਰ ਦੇ ਨਾਮ ਨੂੰ ਆਪਣੇ ਘਟ ਵਿੱਚ ਤੇ ਆਪਣੇ ਮੁਖ ਵਿੱਚ ਰੱਖੇ, ਹਿਰਦੇ ਵਿੱਚ, ਤੇ ਆਪਣੀ ਰਸਨਾ ਤੇ ਪਰਿਪੂਰਨ ਪਰਮਾਤਮਾ ਦਾ ਨਾਮ ਰੱਖੇਗਾ ਨਾ, ਉਸ ਵਕਤ ਤੈਨੂੰ ਇਹ ਸਹਿਜੇ ਹੀ ਸੋਝੀ ਆਏਗੀ। ਗੁਰਦੇਵ ਜੀ ਦੇ ਬਚਨ ਨੇ ਕਿ ਫਿਰ ਤੈਨੂੰ ਪਤਾ ਲੱਗੇਗਾ ਜਦੋਂ ਨਰਹਰ ਨਾਮ ਨਰਹਰ ਨਿਵਾਸ ਨਿਹਕਾਮ, ਨਰਹਰ ਨਾਮ ਨਰਹਰ ਨਿਹਕਾਮ, ਜਦੋਂ ਨਿਸ਼ਕਾਮ ਭਾਵਨਾ ਦੇ ਨਾਲ ਤੂੰ ਨਰਹਰ ਤੋਂ ਭਾਵ ਹੈ ਪਰਮਾਤਮਾ ਦਾ ਨਾਮ ਅਰਾਧੇਗਾ, ਸਮਝ ਪਏਗੀ ਸਹਿਜੇ ਆਵੈ ਸਹਿਜੇ ਜਾਈ, ਮਨ ਤੇ ਉਪਜੈ ਮਨ ਮਾਹੇ ਸਮਾਈ, ਕਿ ਇਸ ਸੰਸਾਰ ਵਿੱਚ ਆਉਣਾ ਮਨ ਕਰਕੇ ਹੁੰਦਾ ਹੈ, ਤੇ ਮਨ ਦੇ ਸਮਾ ਜਾਣ ਦੇ ਨਾਲ ਹੀ ਤੂੰ ਉਸ ਮਾਲਕ ਪਰਮਾਤਮਾ ਪਰਮੇਸ਼ਵਰ ਵਿੱਚ ਲੀਨ ਹੋ ਜਾਣਾ ਹੈ। ਮਨ ਪੈਦਾ ਹੋਇਆ, ਆਪਣਾ ਦੂਜਾਪਨ ਪੈਦਾ ਹੋਇਆ,
ਤੇ ਤੇਰੀ ਵੱਖਰੀ ਹੋਂਦ ਬਣ ਗਈ, ਤੂੰ ਵੱਖਰਾ ਹੋ ਗਿਆ, ਤੇਰੀ ਆਪਣੀ ਵੱਖਰੀ ਹੋਂਦ ਕਾਇਮ ਹੋ ਗਈ। ਪਰ ਜਦੋਂ ਮਨ ਸਮਾ ਗਿਆ, ਮਨ ਮਿਟ ਗਿਆ, ਵਿਚਾਰ ਮੁੱਕ ਗਏ, ਸੁੰਨ ਹੋ ਗਿਆ, ਤੇ ਉਸ ਵਕਤ ਤੂੰ ਆਪਣੇ ਮਨ ਕਰਕੇ ਹੀ ਪਰਿਪੂਰਨ ਪਰਮਾਤਮਾ ਪਰਮੇਸ਼ਵਰ ਵਿੱਚ ਸਮਾ ਜਾਣਾ। ਜਦੋਂ ਤੇਰੇ ਅੰਦਰ ਹਉ ਦੀਆਂ ਵਿਚਾਰਾਂ ਉੱਠੀਆਂ, ਤੇਰੇ ਅੰਦਰ ਹੰਗਤਾ ਤੇ ਹਉਮੈ ਦੀਆਂ ਵਿਚਾਰਾਂ ਨੇ ਜਨਮ ਲਿਆ, ਤੇ ਇਹਦਾ ਮਤਲਬ ਤੇਰੇ ਅੰਦਰ ਦੂਜੇਪਨ ਦਾ ਵੀ ਜਨਮ ਹੋ ਗਿਆ, ਤੇਰਾ ਵੀ ਜਨਮ ਹੋ ਗਿਆ। ਤੂੰ ਪਰਮਾਤਮਾ ਤੋਂ ਭਿੰਨ ਹੋ ਗਿਆ, ਪਰਮਾਤਮਾ ਤੋਂ ਵੱਖਰਾ ਹੋ ਗਿਆ। ਪਰ ਜਿਉਂ ਹੀ ਤੇਰੇ ਮਨ ਦੀਆਂ ਉਹ ਤਰੰਗਾਂ ਮਿਟ ਗਈਆਂ, ਤੇਰੇ ਮਨ ਦੇ ਅੰਦਰ ਵਿਚਾਰਾਂ ਦੇ ਫੁਰਨਿਆਂ ਦਾ ਨਾਸ ਹੋ ਗਿਆ, ਉਸ ਵਕਤ ਜਾਨੀ ਤੇਰੀ ਹਉ ਦਾ ਨਾਸ ਹੋ ਗਿਆ, ਤੇਰੀ ਹੰਗਤਾ ਦਾ ਨਾਸ ਹੋ ਗਿਆ, ਤੇ ਦੁਬਦਾਪਨ ਤੇ ਦੂਜੇ ਦਾ ਵੀ ਨਾਸ ਹੋ ਜਾਂਦਾ ਹੈ। ਤੂੰ ਪਰਮਾਤਮਾ ਪਰਮੇਸ਼ਵਰ ਵਿੱਚ ਲੀਨ ਹੋ ਜਾਣਾ। ਮਨ ਜਦੋਂ ਦੂਜੇਪਨ ਵੱਲ ਲੈ ਕੇ ਜਾਂਦਾ ਹੈ ਤੇ ਫਿਰ ਤੂੰ ਪਰਮਾਤਮਾ ਤੋਂ ਭਿੰਨ ਹੋ ਗਿਆ। ਮਨ ਤੇ ਉਪਜੈ ਮਨ ਮਾਹੇ ਸਮਾਈ, ਮਨ ਕਰਕੇ ਹੀ ਵੱਖਰਾਪਨ ਹੈ, ਤੇ ਮਨ ਕਰਕੇ ਹੀ ਉਸ ਪਰਮਾਤਮਾ ਪਰਮੇਸ਼ਵਰ ਅੰਦਰ ਲੀਨਤਾ ਹੈ। ਜਦੋਂ ਪਰਿਪੂਰਨ ਪਰਮਾਤਮਾ ਦੀ ਕਿਰਪਾ ਰਹਿਮਤ ਹੁੰਦੀ ਹੈ, ਉਦੋਂ ਮਨ ਦੀਆਂ ਵਾਸ਼ਨਾਵਾਂ, ਮਨ ਦੀਆਂ ਸਾਡੀਆਂ ਕਾਮਨਾਵਾਂ ਉਹ ਸਭ ਮੁੱਕ ਜਾਂਦੀਆਂ ਨੇ। ਪਰ ਜਿੰਨਾ ਚਿਰ ਫੁਰਨੇ ਹਨ, ਜਿੰਨਾ ਚਿਰ ਦੁਬਦਾ ਤੇ ਭ੍ਰਮ ਹੈ, ਉਤਨਾ ਸਮਾਂ ਇਹ ਸਦੀਵ ਮਨ ਇਸ ਪ੍ਰਾਣੀ ਜਗਤ ਦੇ ਅੰਦਰ ਇਸ ਪ੍ਰਾਣੀ ਨੂੰ ਡੁਲਾਉਂਦਾ ਹੈ, ਭੜਕਾਉਂਦਾ ਹੈ। ਮਨ ਕਰਕੇ ਹੀ ਭਟਕਣਾ ਹੈ, ਤੇ ਮਨ ਕਰਕੇ ਹੀ ਟਿਕਾਓ ਹੈ। ਮਨ ਜੇ ਗੁਰੂ ਦੇ ਸ਼ਬਦ ਤੇ ਟਿਕ ਗਿਆ, ਮਨ ਪਰਮੇਸ਼ਵਰ ਦੇ ਨਾਮ ਤੇ ਟਿਕ ਗਿਆ, ਤੇ ਮਨ ਨੇ ਹੀ ਪਰਮਾਤਮਾ ਦੀ ਕਿਰਪਾ, ਗੁਰੂ ਕਿਰਪਾ ਸਦਕਾ ਸਾਨੂੰ ਸਥਿਰਤਾ ਦਿੱਤੀ, ਆਨੰਦ ਤੇ ਚਾਉ ਦਿੱਤਾ। ਪਰ ਮਨ ਜੇ ਭਟਕਣ ਲੱਗ ਗਿਆ, ਮਨ ਦੁਬਦਾ ਤੇ ਭ੍ਰਮ ਵਿੱਚ ਰਿਹਾ, ਤੇ ਫਿਰ ਇਸ ਮਨ ਕਰਕੇ ਦੁੱਖ ਤੇ ਸੰਤਾਪ ਵੱਧਦੇ ਨੇ, ਮਨ ਕਰਕੇ ਹੀ ਕਲੇਸ਼ ਪੈਦਾ ਹੁੰਦਾ ਹੈ। ਗੁਰੂ ਜੀ ਦੀ ਪਾਵਨ ਬਾਣੀ ਦੀ ਵਿਚਾਰਧਾਰਾ ਨੂੰ ਜੇ ਸਮਝਣਾ ਹੈ, ਤੇ ਉਹਦੇ ਅੰਦਰ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ, ਭਾਵੇਂ ਉਹ ਕਵਿਤਾ ਹੈ ਤੇ ਭਾਵੇਂ ਵਾਰਾਂ ਨੇ, ਸਾਡੇ ਲਈ ਬੜੀ ਸਹਾਇਕ ਸਿੱਧ ਹੁੰਦੀ ਹੈ। ਤੇ ਜਦੋਂ ਮਨ ਦੀ ਗੱਲ ਕਰਦੇ ਆ ਨਾ, ਕਿ ਮਨ ਕਿਵੇਂ ਭਟਕਦਾ ਤੇ ਕਿਵੇਂ ਟਿਕ ਸਕਦਾ ਹੈ, ਉਹਨਾਂ ਦਾ ਇੱਕ ਪਾਵਨ ਕਵਿਤ ਹੁੰਦਾ ਹੈ, ਜਿਹਦੇ ਅੰਦਰ ਉਹਨਾਂ ਨੇ ਕੁਝ ਸੰਸਾਰੀ ਉਦਾਹਰਨਾਂ ਦੇ ਕਰਕੇ ਮਨ ਦੇ ਠਹਿਰਾਓ ਤੇ ਮਨ ਦੀ ਭਟਕਣਾ ਦੀ ਗੱਲ ਕੀਤੀ। ਭਾਈ ਸਾਹਿਬ ਜੀ ਦਾ ਪਾਵਨ ਬਚਨ ਹੈ। ਪਹਿਲੀ ਉਦਾਹਰਨ ਹੈ ਕਿ ਜਿਵੇਂ ਇੱਕ ਬੱਚਾ ਆਕਾਸ਼ ਵਿੱਚ ਪਤੰਗ ਨੂੰ ਉਡਾਉਣਾ ਚਾਹੇ, ਤੇ ਪਤੰਗ ਤੇ ਤਾਂ ਹੀ ਉੱਡੇਗੀ ਜੇ ਹਵਾ ਚੱਲ ਰਹੀ ਹੈ, ਪਵਨ ਚੱਲਦੀ ਪਈ ਹੈ, ਹਵਾ ਚੱਲ ਰਹੀ ਹੈ, ਤੇ ਪਤੰਗ ਨੂੰ ਤੁਣਕਾ ਦਿਆਂਗੇ, ਪਤੰਗ ਨੂੰ ਉਡਾਉਣ ਦੀ ਥੋੜ੍ਹੀ ਜਿਹੀ ਵੀ ਕੋਸ਼ਿਸ਼ ਕਰਾਂਗੇ, ਤੇ ਪਤੰਗ ਆਪਣੇ ਆਪ ਹੀ ਉਸ ਅਸਮਾਨ ਵਿੱਚ ਉਡਾਰੀਆਂ ਲਾਏਗਾ, ਲਹਿਰਾਉਣ ਲੱਗ ਜਾਏਗਾ। ਹਵਾ ਨਹੀਂ ਤੇ ਜਿਤਨਾ ਮਰਜ਼ੀ ਯਤਨ ਕੀਤਾ ਜਾਏ, ਉਹ ਪਤੰਗ ਕਦੀ ਵੀ ਅਸਮਾਨ ਵਿੱਚ ਉੱਡਦਾ ਨਹੀਂ, ਉਹ ਅਸਮਾਨ ਵਿੱਚ ਕਦੀ ਵੀ ਲਹਿਰਾਉਂਦਾ ਨਹੀਂ। ਹਵਾ ਦਾ ਬੜਾ ਵੱਡਾ ਸਹਿਯੋਗ ਹੁੰਦਾ ਹੈ, ਹਵਾ ਹੀ ਪਤੰਗ ਨੂੰ ਉਡਾਉਣ ਵਿੱਚ ਸਹਾਇਤਾ ਕਰਦੀ ਹੈ, ਤੇ ਜੇ ਹਵਾ ਨਹੀਂ ਤੇ ਪਤੰਗ ਉੱਡ ਨਹੀਂ ਸਕਦਾ। ਭਾਈ ਸਾਹਿਬ ਜੀ ਨੇ ਇਹ ਪਹਿਲੀ ਉਦਾਹਰਨ ਦੇ ਕਰਕੇ ਸਮਝਾਇਆ ਕਿ ਮਨ ਜਾਣੋ ਪਤੰਗ ਦੀ ਤਰ੍ਹਾਂ ਹੈ, ਤੇ ਵਿਚਾਰ ਜਾਣੋ ਹਵਾ ਦੀ ਤਰ੍ਹਾਂ ਨੇ। ਜਿੰਨੇ ਸਾਡੇ ਸੰਸਾਰ ਦੇ ਵਿਚਾਰ ਵਧਣਗੇ, ਜਿੰਨਾ ਅਸੀਂ ਸੰਸਾਰ ਵਿੱਚ ਖਚਤ ਹੋਵਾਂਗੇ, ਸੰਸਾਰੀ ਬਣਾਂਗੇ, ਜਿਤਨੇ ਸੰਸਾਰ ਦੇ ਵਿਚਾਰ ਪਨ ਕੇ ਸੰਕਲਪ ਵਿਕਲਪ ਬਣਨਗੇ, ਉਤਨਾ ਮਨ ਇਸ ਸੰਸਾਰ ਦੇ ਅਸਮਾਨ ਵਿੱਚ ਉਡਾਰੀ ਲਾਏਗਾ, ਭਟਕੇਗਾ, ਕਦੀ ਖੱਬੇ ਕਦੀ ਸੱਜੇ। ਜਿੰਨਾ ਸਮਾਂ ਵਿਚਾਰ ਨੇ, ਉਤਨਾ ਸਮਾਂ ਮਨ ਭਟਕਦਾ ਹੈ, ਮਨ ਡੋਲਦਾ ਹੈ, ਮਨ ਉੱਡਦਾ ਹੈ, ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ। ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਅਸੀਂ ਬਚਨ ਪੜ੍ਹਦੇ ਹਾਂ, ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਭਿਆਲੇ। ਪਤੰਗ ਕਦੀ ਇੱਕਦਮ ਉੱਤੇ ਜਾਂਦਾ ਹੈ, ਕਦੀ ਇੱਕਦਮ ਥੱਲੇ ਆ ਜਾਂਦਾ ਹੈ, ਤੇ ਗੁਰਦੇਵ ਨੇ ਕਿਹਾ ਮਨ ਵੀ ਉਸ ਪਤੰਗ ਦੀ ਨਿਆਈ ਹੈ, ਉਸ ਗੁੱਡੀ ਦੀ ਨਿਆਈ ਹੈ। ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਭਿਆਲੇ। ਕਦੇ ਨੀਵਾਂ ਹੋ ਜਾਂਦਾ ਹੈ, ਥੱਲੇ ਚਲਾ ਜਾਂਦਾ ਹੈ। ਅਸੀਂ ਐਵੇਂ ਵੀ ਸਮਝ ਸਕਦੇ ਹਾਂ ਵੀ ਕਦੇ ਤਾਂ ਮਨ ਹੰਕਾਰੀ ਹੋ ਜਾਂਦਾ ਹੈ, ਤੇ ਕਦੇ ਮਨ ਬਿਲਕੁਲ ਕਮਜ਼ੋਰ ਹੋ ਜਾਂਦਾ ਹੈ। ਇਹ ਸਥਿਰ ਨਹੀਂ ਰਹਿੰਦਾ, ਇਹ ਟਿਕਾਅ ਵਿੱਚ ਨਹੀਂ ਰਹਿੰਦਾ। ਜੇ ਤਾਂ ਕੁਝ ਪ੍ਰਾਪਤ ਹੋ ਗਿਆ ਸੰਸਾਰੀ ਵਸਤੂ, ਜੇ ਤਾਂ ਸੰਸਾਰ ਵਿੱਚ ਮਨ ਭਾਉਂਦੀ ਵਸਤੂ ਮਿਲ ਗਈ, ਫਿਰ ਤਾਂ ਕਬਹੂ ਜੀੜਾ ਊਬ ਚੜ੍ਹਤਾ ਹੈ, ਫਿਰ ਤਾਂ ਹੰਕਾਰੀ ਹੋ ਜਾਏਗਾ, ਹਉਮੈ ਵਿੱਚ ਆ ਜਾਏਗਾ। ਤੇ ਜੇ ਕੁਝ ਨਾ ਮਿਲਿਆ ਜਾਂ ਖੁੱਸ ਗਿਆ,
ਤੇ ਫਿਰ ਭਿਆਲੇ ਭਾਵ ਇਹ ਨਿਰਾਸ਼ਤਾ ਦੇ ਟੋਏ ਵਿੱਚ ਡਿੱਗ ਜਾਏਗਾ, ਉਦਾਸ ਹੋ ਜਾਏਗਾ, ਹੀਨਤਾ ਆ ਜਾਏਗੀ ਇਹਦੇ ਅੰਦਰ। ਇਹ ਦੋਵੇਂ ਹੀ ਅਵਸਥਾਵਾਂ ਪਰਮਾਤਮਾ ਪਰਮੇਸ਼ਵਰ ਦੇ ਮਿਲਾਪ ਵਿੱਚ ਰੁਕਾਵਟ ਹਨ। ਦੋਵੇਂ ਹੀ ਅਸਥਾਵਾਂ ਮਨੁੱਖ ਦੀ ਖੁਸ਼ੀ ਤੇ ਮਨੁੱਖ ਦੇ ਆਨੰਦ ਵਿੱਚ ਰੁਕਾਵਟ ਪਾਉਂਦੀਆਂ ਨੇ। ਭਾਵੇਂ ਉਹ ਹੰਕਾਰ ਦੀ ਅਵਸਥਾ ਹੋਵੇ ਤੇ ਭਾਵੇਂ ਉਹ ਨਿਵਾਣ ਦੀ, ਨੀਵੇਂਪਣ ਦੀ, ਨਿਰਾਸ਼ਤਾ ਦੀ ਅਵਸਥਾ ਹੋਵੇ। ਕਬਹੂ ਜੀਅੜਾ ਉਬ ਚੜ੍ਹਤ ਹੈ, ਕਬਹੂ ਜਾਏ ਭਿਆਲੇ, ਲੋਭੀ ਜੀਅੜਾ ਥਿਰ ਨਾ ਰਹਿਤ ਹੈ। ਲੋਭ ਦੀ ਹਵਾ ਚੱਲਦੀ ਹੈ, ਵਿਕਾਰਾਂ ਦੀ ਹਵਾ ਚੱਲਦੀ ਹੈ, ਵਿਚਾਰਾਂ ਦੀ ਹਵਾ ਚੱਲਦੀ ਹੈ। ਇਹਨੂੰ ਇੱਕ ਥਾਂ ਤੇ ਥਿਰ ਨਹੀਂ ਰਹਿਣ ਦਿੰਦੀ। ਜੇ ਥਿਰਤਾ ਨਹੀਂ ਤੇ ਟਿਕਾਓ ਨਹੀਂ। ਆਨੰਦ ਸਦਾ ਥਿਰਤਾ ਵਿੱਚ ਆਉਂਦਾ ਹੈ। ਭਾਵੇਂ ਕਿ ਤੁਰਨਾ ਪੈਂਦਾ, ਭਟਕਣਾ ਪੈਂਦਾ, ਚੱਲਣਾ ਪੈਂਦਾ, ਪਰ ਭਟਕਣਾ ਤੇ ਚੱਲਣਾ ਥੋੜ੍ਹੇ ਸਮੇਂ ਦਾ ਹੁੰਦਾ ਹੈ। ਸਦੀਵ ਕਾਲ ਦੇ ਲਈ ਟਿਕਾ ਜ਼ਰੂਰੀ ਹੈ। ਅਸੀਂ ਆਪਣੀ ਮੰਜ਼ਿਲ ਵੱਲ ਵੱਧਦੇ ਹਾਂ, ਕਿਸੇ ਇੱਕ ਥਾਂ ਤੋਂ ਦੂਜੇ ਥਾਂ 'ਤੇ ਜਾਣਾ ਹੈ, ਅਤੇ ਸਾਨੂੰ ਪਤਾ ਹੈ ਕਿ ਜਦੋਂ ਪੈਂਡਾ ਕਰਨਾ, ਜਦੋਂ ਤੁਰਨਾ, ਤੇ ਪੈਂਡਾ ਕਦੀ ਸੁੱਖ ਨਹੀਂ ਦਿੰਦਾ। ਤੁਰਨ ਲੱਗਿਆਂ ਕਈ ਤਰ੍ਹਾਂ ਦੇ ਦੁੱਖ ਅਤੇ ਤਕਲੀਫਾਂ ਰਸਤੇ ਵਿੱਚ ਆਉਂਦੀਆਂ ਨੇ, ਪਰ ਅਸੀਂ ਸਾਰੀਆਂ ਝੱਲਦੇ ਹਾਂ ਇਸ ਆਸ ਨਾਲ ਵੀ ਅੱਗੇ ਜਾ ਕਰ ਕੇ ਮੰਜ਼ਿਲ ਆ ਜਾਣੀ ਹੈ, ਅਸੀਂ ਟਿਕ ਜਾਣਾ ਹੈ, ਆਰਾਮ ਕਰਨਾ ਹੈ। ਅਤੇ ਇਹ ਆਰਾਮ ਤਾਂ ਹੀ ਸੁਖਮਈ ਹੋਏਗਾ ਜੇ ਅਸੀਂ ਥੋੜ੍ਹਾ ਬਹੁਤਾ ਰਸਤੇ ਦੇ ਦੁੱਖ ਸੁੱਖ ਨੂੰ ਹੰਡਾਵਾਂਗੇ। ਨਹੀਂ ਤਾਂ ਅਸੀਂ ਮੰਜ਼ਿਲ ਦਾ, ਟਿਕਾਊ ਮੰਜ਼ਿਲ ਦਾ ਆਰਾਮ ਮਾਣ ਨਹੀਂ ਸਕਦੇ। ਪਰ ਮਨ ਜਿਹੜੇ ਰਸਤੇ 'ਤੇ ਤੁਰਦਾ ਹੈ ਨਾ, ਇਹ ਉਹ ਰਸਤਾ ਜਿੱਥੇ ਮੰਜ਼ਿਲ ਨੇ ਆਉਣਾ ਹੀ ਨਹੀਂ। ਸਦਾ ਰਸਤੇ ਦੀ ਭਟਕਣਾ ਹੀ ਰਹਿਣੀ ਹੈ, ਸਦਾ ਦੁੱਖ ਹੀ ਰਹਿਣਾ ਹੈ। ਸੰਸਾਰੀ ਰਸਤਾ ਜਿਹੜਾ ਅਸੀਂ ਚੁਣਿਆ ਹੋਇਆ, ਇਹਦੇ 'ਤੇ ਕਦੀ ਟਿਕਾਓ ਨਹੀਂ ਆ ਸਕਦਾ, ਇਹਦੇ 'ਤੇ ਕਦੀ ਪੜਾਅ ਨਹੀਂ ਆਏਗਾ, ਇਹਦੇ 'ਤੇ ਕਦੀ ਵੀ ਠਹਿਰਾ ਨਹੀਂ ਆਏਗਾ, ਕਿਤੇ ਨਹੀਂ ਰੁਕ ਸਕਦਾ। ਆਸ ਲੈ ਕੇ ਜ਼ਰੂਰ ਤੁਰਦੇ ਹਾਂ ਅਸੀਂ ਕਿ ਸਾਨੂੰ ਇੰਨਾ ਕੁ ਮਿਲ ਜਾਏ ਅਤੇ ਸਾਨੂੰ ਸ਼ਾਂਤੀ ਆ ਜਾਏਗੀ, ਸੁੱਖ ਆ ਜਾਏਗਾ, ਸਿਰਫ ਇੰਨਾ ਕੁ ਮਿਲ ਜਾਏ। ਪਰ ਹੱਦ ਉਦੋਂ ਹੋ ਜਾਂਦੀ ਹੈ ਜਦੋਂ ਉਦੋਂ ਵੀ ਵੱਧ ਮਿਲ ਜਾਂਦਾ ਹੈ, ਪਰ ਮਨੁੱਖ ਦੀ ਭਟਕਣਾ ਉਸੇ ਤਰ੍ਹਾਂ ਬਰਕਰਾਰ ਰਹਿੰਦੀ ਹੈ, ਉਹਦੇ ਵਿੱਚ ਵੀ ਨਹੀਂ ਰੱਜਦਾ। ਫਿਰ ਆਖਦਾ ਥੋੜ੍ਹਾ ਹੋਰ ਮਿਲ ਜਾਏ, ਕਿਉਂਕਿ ਇਸ ਮਾਰਗ 'ਤੇ ਮੰਜ਼ਿਲ ਹੈ ਹੀ ਨਹੀਂ, ਟਿਕਾ ਹੈ ਹੀ ਨਹੀਂ, ਪੜਾਅ ਹੈ ਹੀ ਨਹੀਂ। ਇੱਥੇ ਸਦਾ ਤੁਰਨਾ ਹੀ ਤੁਰਨਾ ਹੈ। ਅਤੇ ਜਿੱਥੇ ਸਦੀਵ ਕਾਲ ਤੁਰਨਾ, ਉੱਥੇ ਆਨੰਦ, ਉੱਥੇ ਖੇੜਾ, ਉੱਥੇ ਸੁੱਖ ਅਤੇ ਆਰਾਮ ਨਹੀਂ ਆ ਸਕਦਾ। ਅਸੀਂ ਪਾਵਨ ਬਾਣੀ ਦੇ ਬਚਨ ਪੜ੍ਹਦੇ ਹਾਂ, ਸਹਿਸ ਖਟੇ ਲੱਖ ਕਉ ਉਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਇੱਥੇ ਕਦੀ ਤ੍ਰਿਪਤੀ ਨਹੀਂ। ਇਸ ਮਾਰਗ 'ਤੇ, ਸੰਸਾਰੀ ਮਾਰਗ 'ਤੇ ਕਦੀ ਤ੍ਰਿਪਤੀ ਨਹੀਂ। ਇਹ ਜਿਤਨਾ ਕੁ ਅੱਗੇ ਵੱਧਦਾ ਹੈ, ਓਨੀ ਇਹਦੀ ਤ੍ਰਿਸ਼ਨਾ, ਓਨੀ ਇਹਦੀ ਲਾਲਸਾ ਇਹਦੇ ਤੋਂ 2 ਕਦਮ ਅੱਗੇ ਹੋ ਜਾਂਦੀ ਹੈ। 100 ਦੀ ਵਿਚਾਰ ਕਰਦਾ ਵੀ 100 ਕਮਾ ਲਵਾਂਗਾ ਅਤੇ ਸੁੱਖ ਦੀ ਰੋਟੀ ਖਾ ਸਕਦਾ, ਪਰ 100 ਤੋਂ ਬਾਅਦ ਹਜ਼ਾਰਾਂ ਵੀ ਕਮਾ ਲੈਂਦਾ ਹੈ, ਪਰ ਇਹਦੀ ਤ੍ਰਿਸ਼ਨਾ 2 ਕਦਮ ਅੱਗੇ ਹੋ ਜਾਂਦੀ ਹੈ। ਫਿਰ ਲੱਖਾਂ ਦੀ ਗੱਲ ਕਰਦਾ, ਫਿਰ ਕਰੋੜਾਂ ਦੀ ਗੱਲ ਕਰਦਾ। ਕਿਉਂ? ਕਿਉਂਕਿ ਜਿਸ ਮਾਰਗ 'ਤੇ ਤੁਰਿਆ, ਇਸ ਮਾਰਗ 'ਤੇ ਟਿਕਾ ਨਹੀਂ ਆ ਸਕਦਾ, ਆਨੰਦ ਨਹੀਂ ਆ ਸਕਦਾ। ਇਹਦਾ ਮਾਰਗ ਹੀ ਤ੍ਰਿਸ਼ਨਾ ਵਾਲਾ ਹੈ, ਇਹਦਾ ਮਾਰਗ ਹੀ ਲਾਲਸਾ ਵਾਲਾ ਹੈ। ਜੇ ਕਿਤੇ ਸੰਤੋਖ ਦੇ ਮਾਰਗ 'ਤੇ ਤੁਰਿਆ ਹੁੰਦਾ, ਥੋੜ੍ਹਾ ਮਿਲਦਾ, ਜਿਤਨਾ ਮਿਲਦਾ ਇਹਨੂੰ ਉਹਦੇ ਵਿੱਚ ਹੀ ਆਨੰਦ ਮਿਲ ਜਾਣਾ ਸੀ। ਕਿਉਂਕਿ ਇਹ ਪ੍ਰਭੂ ਦੇ ਮਾਰਗ 'ਤੇ, ਸੰਤੋਖ ਵਾਲੇ ਮਾਰਗ 'ਤੇ ਤੁਰਿਆ, ਜਿੱਥੇ ਸਦਾ ਟਿਕਾ ਹੈ, ਸਦਾ ਆਨੰਦ ਹੈ। ਤਾਂ ਹੀ ਗੁਰਦੇਵ ਨੇ ਅੱਗੇ ਚਾ ਕੇ ਬਚਨ ਕਹਿਣਾ, ਬਿਨਾ ਸੰਤੋਖ ਨਹੀਂ ਕੋ ਰਾਜੈ। ਬਿਨਾ ਸੰਤੋਖ ਤੋਂ ਕਦੀ ਰੱਜ ਨਹੀਂ ਆਉਂਦਾ। ਖੈਰ, ਜੋ ਭਾਈ ਸਾਹਿਬ ਜੀ ਦੇ ਬਚਨ ਸਨ ਕਿ ਵਿਚਾਰ ਜਿੰਨਾ ਚੱਲਦੇ ਨੇ, ਉਨਾ ਸਮਾਂ ਇਹ ਪਤੰਗ ਰੂਪੀ ਮਨ ਕਦੀ ਟਿਕ ਨਹੀਂ ਸਕਦਾ। ਦੂਸਰੀ ਉਦਾਹਰਨ ਉਹਨਾਂ ਨੇ ਦਿੱਤੀ, ਪੁਰਾਤਨ ਸਮਿਆਂ ਦੇ ਅੰਦਰ ਇੱਕ ਖੇਡ ਖੇਡੀ ਜਾਂਦੀ ਸੀ। ਲੱਕੜ ਦਾ ਇੱਕ ਲਾਟੂ ਜਿਹਾ ਬਣਾ ਕੇ ਉਹਦੇ ਉੱਪਰ ਰੱਸੀ ਦੇ ਵੱਟ ਚਾੜ੍ਹ ਕੇ ਉਹਨੂੰ ਇੱਕਦਮ ਛੱਡਿਆ ਜਾਂਦਾ ਸੀ, ਅਤੇ ਉਹ ਧਰਤੀ ਦੇ ਉੱਪਰ ਬਹੁਤ ਸਮਾਂ ਘੁੰਮਦਾ ਸੀ। ਬੱਚੇ ਖੇਡਦੇ ਸਨ, ਅਤੇ ਉਸ ਘੁੰਮਦੇ ਹੋਏ ਲਾਟੂ ਨੂੰ ਦੇਖ ਕਰਕੇ ਬੜੇ ਪ੍ਰਸੰਨ ਹੁੰਦੇ, ਬੜੇ ਖੁਸ਼ ਹੁੰਦੇ। ਪਰ ਭਾਈ ਸਾਹਿਬ ਜੀ ਨੇ ਵੀ ਇਹਦੇ ਤੋਂ ਸਿੱਖਿਆ ਲੈ ਲਈ ਕਿ ਉਹ ਲਾਟੂ ਜਿਹੜਾ ਹੈ, ਉਹ ਖਿਡੌਣਾ ਜਿਹੜਾ ਹੈ, ਜਿਹੜਾ ਧਰਤੀ 'ਤੇ ਘੁੰਮ ਰਿਹਾ, ਉਤਨਾ ਸਮਾਂ ਹੀ ਘੁੰਮਦਾ ਜਿਤਨਾ ਸਮਾਂ ਉਹਨੂੰ ਰੱਸੀ ਦੇ ਵੱਟ ਚੜ੍ਹੇ ਹੋਏ ਨੇ। ਜਿਉਂ ਹੀ ਉਹਦੇ ਚੱਕਰ ਖਤਮ ਹੋਏ, ਉਹਨੇ ਉਸ ਧਰਤੀ 'ਤੇ, ਜਿਸ ਧਰਤੀ 'ਤੇ ਘੁੰਮ ਰਿਹਾ, ਉਸੇ ਧਰਤੀ 'ਤੇ ਟਿਕ ਜਾਣਾ। ਮਨ ਵੀ ਜਾਣ ਉਸ ਖਿਡੌਣੇ ਦੀ ਤਰ੍ਹਾਂ, ਜਿੰਨਾ ਚਿਰ ਮਾਇਆ ਦੇ ਵੱਟ ਚੜ੍ਹੇ ਨੇ, ਜਿੰਨਾ ਚਿਰ ਸੰਸਾਰ ਦੇ ਚੱਕਰੇ ਨੂੰ ਪਏ ਨੇ, ਉਹਦਾ ਸਮਾਂ ਕਦੀ ਟਿਕਾਓ ਨਹੀਂ ਆ ਸਕਦਾ। ਸ਼ਾਇਦ ਉਸ ਖਿਡੌਣਾ ਤੇ 2-4 ਚੱਕਰਾਂ ਤੋਂ ਬਾਅਦ ਧਰਤੀ 'ਤੇ ਟਿਕ ਜਾਂਦਾ ਹੈ, ਪਰ ਮਨ ਇਸ ਨੂੰ ਇੰਨੇ ਲੰਮੇ ਚੱਕਰ ਪਏ ਨੇ,
ਇਹਨੂੰ ਇੰਨੇ ਲੰਮੀਆਂ ਭੁਆਂਟਣੀਆਂ ਮਾਇਆ ਨੇ ਦਿੱਤੀਆਂ ਕਿ ਇਹ ਅਜੇ ਤੱਕ ਟਿਕਦਾ ਹੀ ਨਹੀਂ, ਘੁੰਮਦਾ ਹੀ ਜਾ ਰਿਹਾ, ਘੁੰਮਦਾ ਹੀ ਜਾ ਰਿਹਾ ਹੈ। ਇਹਨੂੰ ਟਿਕਾ ਨਹੀਂ ਆ ਰਿਹਾ। ਟਿਕਾ ਉਨਾ ਚਿਰ ਨਹੀਂ ਆਏਗਾ ਜਿੰਨਾ ਚਿਰ ਮਾਇਆ ਦਾ ਚੱਕਰ ਨਹੀਂ ਲੱਥੇਗਾ, ਮਾਇਆ ਦਾ ਪ੍ਰਭਾਵ ਨਹੀਂ ਉਤਰਦਾ। ਤੇ ਮਾਇਆ ਦਾ ਪ੍ਰਭਾਵ ਤੇ ਬਹੁਤ ਲੰਬੇਰੇ ਸਮੇਂ ਤੋਂ ਪਿਆ ਹੋਇਆ, ਤੇ ਗੁਰੂ ਜੇ ਕਿਰਪਾ ਕਰੇ ਤਾਂ ਮਿਟ ਸਕਦਾ, ਨਹੀਂ ਤੇ ਲੰਬੇਰਾ ਸਮਾਂ ਹੀ ਇਹ ਰਹਿੰਦਾ। ਮਾਇਆ ਮੋਹ ਮਨ ਆਗ ਲੜਾ ਪ੍ਰਾਣੀ, ਆਗ ਲੜਾ ਕਹੀਏ ਬਹੁਤ ਜ਼ਿਆਦਾ ਇਹ ਪ੍ਰਾਣੀ, ਤੈਨੂੰ ਤੇ ਮਾਇਆ ਦਾ ਮੋਹ ਬਹੁਤ ਜ਼ਿਆਦਾ ਚਿੰਬੜਿਆ ਹੋਇਆ। ਤੇਰਾ ਮਨ ਕਿਵੇਂ ਟਿਕ ਸਕਦਾ? ਤੇਰੀ ਭਟਕਣਾ ਨਹੀਂ ਮਿਟ ਸਕਦੀ। ਅਸੀਂ ਭਟਕਣਾ ਮਿਟਾਉਣੀ ਤਾਂ ਚਾਹੁੰਦੇ ਹਾਂ, ਅਸੀਂ ਸੁੱਖ ਦੀ ਪ੍ਰਾਪਤੀ, ਟਿਕਾਓ ਦੀ ਪ੍ਰਾਪਤੀ ਤਾਂ ਚਾਹੁੰਦੇ ਹਾਂ, ਪਰ ਉਹਦੇ ਲਈ ਜੋ ਵਸੀਲੇ ਵਰਤੇ ਜਾਂਦੇ ਨੇ ਜਾਂ ਜਿਨ੍ਹਾਂ ਵਸੀਲਿਆਂ ਸਾਧਨਾਂ ਦੀ ਗੱਲ ਕੀਤੀ ਜਾਏ, ਜੇ ਇਨਸਾਨ ਉਹਨਾਂ ਨੂੰ ਅਪਣਾਉਣ ਤੋਂ ਸੰਕੋਚ ਕਰੇ ਤਾਂ ਉਹਦਾ ਟਿਕਾਓ ਕਿਵੇਂ ਆ ਸਕਦਾ ਹੈ, ਉਹਦਾ ਖਿੰਡਾਓ ਕਿਵੇਂ ਮਿਟ ਸਕਦਾ ਹੈ। ਉਦਾਹਰਨ ਦੇ ਤੌਰ 'ਤੇ ਕੋਈ ਬਹੁਤ ਵੱਡੀ ਬਿਮਾਰੀ ਦਾ ਸ਼ਿਕਾਰ ਹੋਵੇ ਕੋਈ ਪ੍ਰਾਣੀ, ਤੇ ਉਹਨੂੰ ਕੋਈ ਵੈਦ ਕੋਲ ਲੈ ਜਾਇਆ ਜਾਵੇ ਜਾਂ ਕਿਸੇ ਡਾਕਟਰ ਕੋਲ ਲਿਜਾਇਆ ਜਾਵੇ, ਉਹਦੇ ਅੰਦਰ ਬਹੁਤ ਜ਼ਿਆਦਾ ਦਰਦ ਦੁੱਖ ਹੋਵੇ ਬਿਮਾਰੀ ਦਾ ਕਾਰਨ, ਤੇ ਜੇ ਉਹ ਡਾਕਟਰ ਵੈਦ ਕਹੇ ਵੀ ਤੇਰੇ ਪੇਟ ਅੰਦਰ ਜਿਹੜਾ ਸੂਲ ਹੈ, ਤੇਰੇ ਪੇਟ ਅੰਦਰ ਜਿਹੜਾ ਦਰਦ ਦੁੱਖ ਹੈ, ਜਿੰਨਾ ਚਿਰ ਤੇਰੇ ਪੇਟ ਨੂੰ ਮੈਂ ਚੀਰਾ ਨਹੀਂ ਦਿਆਂਗਾ ਉਹਨਾਂ ਚਿਰ ਦੁੱਖ, ਉਹਨਾਂ ਚਿਰ ਤਕਲੀਫ ਤੇਰੀ ਹਟ ਨਹੀਂ ਸਕਦੀ। ਹੁਣ ਉਹ ਪ੍ਰਾਣੀ ਉਸ ਦੁੱਖ ਤੋਂ ਨਜਾਤ ਤਾਂ ਪਾਉਣਾ ਚਾਹੁੰਦਾ ਹੈ ਵੀ ਮੇਰੀ ਇਹ ਪੀੜ, ਮੇਰਾ ਇਹ ਦਰਦ ਮਿਟ ਜਾਏ, ਪਰ ਉਸ ਡਾਕਟਰ ਦੇ ਚੀਰੇ ਦਾ ਦਰਦ, ਉਸ ਡਾਕਟਰ ਦੀ ਚੀਰ ਫਾੜ ਦਾ ਦਰਦ ਉਹ ਵੀ ਉਸ ਨੂੰ ਡਰਾਉਂਦਾ ਹੈ, ਜਿਸ ਕਰਕੇ ਉਸ ਗੱਲੋਂ ਸੰਕੋਚ ਕਰਦਾ ਵੀ ਨਾ ਮੈਂ ਚੀਰ ਫਾੜ ਨਹੀਂ ਕਰਾਣੀ, ਮੇਰਾ ਦਰਦ ਇਸੇ ਤਰ੍ਹਾਂ ਠੀਕ ਹੋ ਜਾਏ। ਤੇ ਅਸੀਂ ਜਾਣਦੇ ਹਾਂ ਵੀ ਬਿਨਾਂ ਉਪਚਾਰ ਤੋਂ ਸੁੱਖ ਨਹੀਂ ਮਿਲ ਸਕਦਾ, ਇਲਾਜ ਤੋਂ ਬਿਨਾਂ ਸਕੂਨ ਨਹੀਂ ਆ ਸਕਦਾ। ਭਾਵੇਂ ਕਿ ਹਰ ਇੱਕ ਪ੍ਰਾਣੀ ਚਾਹੁੰਦਾ ਮੈਂ ਬਿਮਾਰੀ ਤੋਂ ਨਿਜਾਤ ਪਾ ਲਵਾਂ, ਪਰ ਜੇ ਉਸ ਬਿਮਾਰੀ ਨੂੰ ਦੂਰ ਕਰਨ ਵਾਲਾ ਸਾਧਨ ਤੇ ਤਰੀਕਾ ਨਹੀਂ ਵਰਤੇਗਾ ਤੇ ਉਹ ਬਿਮਾਰੀ ਸਦਾ ਬਣੀ ਰਹੇਗੀ। ਇਨ ਬਿਨ ਹਰ ਪ੍ਰਾਣੀ ਦੀ ਦਿਲੀ ਖੁਆਇਸ਼ ਹੈ ਕਿ ਉਹ ਸੁੱਖ ਤੇ ਆਨੰਦ ਨਾਲ ਜੀਵਨ ਬਤੀਤ ਕਰੇ, ਉਹਨੂੰ ਟਿਕਾਓ ਤੇ ਸੰਤੋਖ ਮਿਲੇ, ਉਹ ਧੀਰਜ ਵਾਲਾ ਬਣ ਜਾਏ। ਪਰ ਇਹਦੇ ਲਈ ਜੋ ਸਾਧਨਾ ਦੀ ਗੱਲ ਗੁਰੂਦੇਵ ਜੀ ਨੇ ਕੀਤੀ ਹੈ ਕਿ ਤੈਨੂੰ ਸੁੱਖ ਤਾਂ ਆ ਸਕਦਾ ਤੂੰ ਸੰਤੋਖਮਈ ਜੀਵਨ ਬਤੀਤ ਕਰੇ, ਤੈਨੂੰ ਆਨੰਦ ਤਾਂ ਆ ਸਕਦਾ ਤੂੰ ਗੁਰੂ ਦੀ ਬਾਣੀ ਨੂੰ ਪੜ੍ਹੇ, ਗੁਰੂ ਦੀ ਵਿਚਾਰਧਾਰਾ ਤੇ ਤੁਰੇ, ਗੁਰੂ ਮਤ ਦਾ ਧਾਰਨੀ ਹੋਵੇਂ। ਪਰ ਇਨਸਾਨ ਇਹਨਾਂ ਸਾਧਨਾ ਨੂੰ ਅਪਣਾਉਣਾ ਨਹੀਂ ਚਾਹੁੰਦਾ, ਇਹਨਾਂ ਸਾਧਨਾ 'ਤੇ ਤੁਰਨਾ ਨਹੀਂ ਚਾਹੁੰਦਾ, ਪਰ ਪ੍ਰਾਪਤੀ ਚਾਹੁੰਦਾ ਵੀ ਮੈਨੂੰ ਹਰ ਤਰ੍ਹਾਂ ਚੰਗੀ ਹੋ ਜਾਏ, ਸੁੱਖ ਆਨੰਦ ਮਿਲ ਜਾਏ। ਤੇ ਗੁਰਦੇਵ ਨੇ ਕਿਹਾ ਫਿਰ ਮਿਲਣਾ ਤੇ ਉਹੀ ਹੈ ਜੋ ਤੂੰ ਆਪਣੇ ਜੀਵਨ ਵਿੱਚ ਅਪਣਾ ਰਿਹਾ, ਜਿਨ੍ਹਾਂ ਸਾਧਨਾ ਦੀ ਵਰਤੋਂ ਕਰ ਰਿਹਾ ਹੈ, ਉਹਨਾਂ ਸਾਧਨਾ ਤੋਂ ਜੋ ਫਲ ਮਿਲਦਾ ਹੈ ਉਹੀ ਪ੍ਰਾਪਤ ਹੋਣਾ ਹੈ। ਹੁਣ ਮਾਇਆ ਦੀ ਵਰਤੋਂ ਬਹੁਤਾਂਤ ਹੈ, ਮਾਇਆ ਤੋਂ ਭਾਵ ਸੰਸਾਰ ਦਾ ਮੋਹ, ਸੰਸਾਰ ਦੀ ਪਕੜ, ਇਹਦੀ ਵਰਤੋਂ ਬਹੁਤ ਜ਼ਿਆਦਾ ਹੈ। ਹਰ ਪਾਸੇ ਮਨੁੱਖ ਸੰਸਾਰੀ ਬਣਿਆ, ਹਰ ਪਾਸੋਂ ਮਨੁੱਖ ਨੂੰ ਸੰਸਾਰ ਨੇ ਪਕੜਿਆ ਹੋਇਆ, ਮਾਇਆ ਦੀ ਪਾਹ ਚੜੀ ਹੈ। ਤੇ ਸਕੂਨ ਕਿੱਥੇ? ਮਾਇਆ ਦਾ ਕੰਮ ਹੈ ਭਟਕਾਣਾ, ਮਾਇਆ ਦਾ ਕੰਮ ਹੈ ਡੁਲਾਣਾ, ਮਾਇਆ ਦਾ ਕੰਮ ਹੈ ਦੁੱਖ ਸੁੱਖ ਦੇ ਵਿੱਚ ਮਨੁੱਖ ਨੂੰ ਰੱਖਣਾ। ਤੇ ਗੁਰਦੇਵ ਨੇ ਕਿਹਾ ਫਿਰ ਕਿਵੇਂ ਹੋ ਸਕਦਾ ਹੈ? ਮਾਇਆ ਮੋਹ ਮਨ ਆਗ ਲੜਾ ਪ੍ਰਾਣੀ, ਤੈਨੂੰ ਤੇ ਮਾਇਆ ਦਾ ਬਹੁਤ ਜ਼ਿਆਦਾ ਮੋਹ ਚਿੰਬੜਿਆ ਹੋਇਆ, ਤੇ ਇਹ ਮੋਹ ਤੈਨੂੰ ਟਿਕਣ ਨਹੀਂ ਦੇਗਾ। ਜਿਵੇਂ ਉਸ ਖਿਡੌਣੇ ਨੂੰ ਪਾਏ ਹੋਏ ਵਲ ਨਹੀਂ ਟਿਕਣ ਦਿੰਦੇ, ਚੱਕਰ ਨਹੀਂ ਟਿਕਣ ਦਿੰਦੇ, ਉਤਨਾ ਸਮਾਂ ਤੇਰਾ ਮਨ ਵੀ ਟਿਕ ਨਹੀਂ ਸਕਦਾ ਜਿੰਨਾ ਸਮਾਂ ਤੂੰ ਮਾਇਆ ਦੇ ਚੱਕਰ ਵਿੱਚ ਪਿਆ ਹੋਇਆ। ਤੀਸਰੀ ਉਦਾਹਰਣ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਦਿੱਤੀ ਕਿ ਸੋਨਾ ਹਰ ਇੱਕ ਪ੍ਰਾਣੀ ਜੀਵ ਮਾਤਰ ਜਾਣਦਾ ਸੋਨੇ ਬਾਰੇ, ਸੋਨੇ ਦੇ ਗਹਿਣੇ ਪਾਉਂਦਾ ਹੈ, ਸੋਨੇ ਨੂੰ ਦੇਖਦਾ ਹੈ। ਭਾਈ ਸਾਹਿਬ ਜੀ ਨੇ ਕਿਹਾ ਜਦੋਂ ਸੋਨਾ ਖੋਟਾ ਹੁੰਦਾ ਨਾ, ਸੁਨਿਆਰ ਉਸ ਨੂੰ ਆਪਣੀ ਕੁਠਾਲੀ ਵਿੱਚ ਰੱਖਦਾ, ਥੱਲੇ ਅੱਗ ਤਪਾਉਂਦਾ ਹੈ, ਤੇ ਜਿਤਨਾ ਸਮਾਂ ਉਸ ਸੋਨੇ ਵਿੱਚ ਖੋਟ ਹੈ ਉਹ ਸੋਨਾ ਕੁਠਾਲੀ ਦੇ ਵਿੱਚ ਟਿਕ ਕੇ ਨਹੀਂ ਬੈਠ ਸਕਦਾ, ਟਿਕ ਕੇ ਨਹੀਂ ਰਹਿੰਦਾ, ਭੁੜਕਦਾ ਰਹਿੰਦਾ ਹੈ, ਉਛਲਦਾ ਰਹਿੰਦਾ ਹੈ। ਪਰ ਸੁਨਿਆਰ ਬੜੇ ਸੋਹਣੇ ਢੰਗ ਦੇ ਨਾਲ ਨਿਗਰਾਨੀ ਰੱਖ ਕੇ ਉਸ ਨੂੰ ਆਪਣੀ ਕੁਠਾਲੀ ਵਿੱਚ ਹੀ ਰੱਖਦਾ, ਬਾਹਰ ਆਉਣ ਲੱਗਦਾ ਫਿਰ ਉਸ ਨੂੰ ਅੰਦਰ ਕੁਠਾਲੀ ਵਿੱਚ ਹੀ ਪਾ ਲੈਂਦਾ ਤੇ ਥੱਲੇ ਅੱਗ ਤਪਾਈ ਰੱਖਦਾ, ਤੇ ਕੁਝ ਸਮੇਂ ਬਾਅਦ ਉਹਦਾ ਸਾਰਾ ਖੋਟ ਮਿਟ ਜਾਂਦਾ ਤੇ ਉਹ ਸੋਨਾ ਟਿਕ ਜਾਂਦਾ। ਅਸਲ ਵਿੱਚ ਸੋਨਾ ਨਹੀਂ ਭੁੜਕਦਾ, ਸੋਨਾ ਤੇ ਸਦਾ ਟਿਕਿਆ ਰਹਿੰਦਾ, ਪਰ ਉਹਦੇ ਨਾਲ ਜਿਹੜਾ ਖੋਟ ਲੱਗ ਜਾਂਦਾ ਨਾ, ਉਹ ਖੋਟ ਦੇ ਭੁੜਕਣ ਦੇ ਨਾਲ ਸ਼ੁੱਧ ਚੀਜ਼ ਵੀ ਭੁੜਕਦੀ ਹੈ। ਆਤਮਾ ਤੇ ਮਨ ਇਹ ਦੋ ਚੀਜ਼ਾਂ ਨੇ।
ਆਤਮਾ ਜਾਣੋ ਪਰਿਪੂਰਨ ਪਰਮਾਤਮਾ ਪਰਮੇਸ਼ਵਰ ਦਾ ਰੂਪ ਜੋ ਸ਼ੁੱਧ ਹੈ। ਕਈ ਵਾਰੀ ਅਸੀਂ ਇਹ ਵਾਰਤਾ ਕਰਦੇ ਹਾਂ ਕਿ ਦੇਖੋ ਜੀ, ਜੇ ਪਰਮਾਤਮਾ ਦਾ ਰੂਪ ਹੈ ਜੀਵ, ਸੰਸਾਰੀ ਮਨੁੱਖ ਪਰਮਾਤਮਾ ਦੇ ਰੂਪ ਹੈ, ਆਤਮਾ ਅਤੇ ਪਰਮਾਤਮਾ ਵਿੱਚ ਫਰਕ ਹੀ ਨਹੀਂ, ਫਿਰ ਮਨੁੱਖ ਨੂੰ ਦੁੱਖ ਕਿਉਂ ਆਉਂਦੇ ਨੇ, ਤਕਲੀਫਾਂ ਕਿਉਂ ਆਉਂਦੀਆਂ ਨੇ? ਇਹ ਸੰਸਾਰ ਜਗਤ ਦੇ ਅੰਦਰ ਕਈ ਤਰ੍ਹਾਂ ਦੇ ਉਤਾਰਾਂ ਚੜਾਵਾਂ ਤੋਂ ਕਿਉਂ ਗੁਜ਼ਰਦਾ ਹੈ? ਜੇ ਹੈ ਹੀ ਪਰਮਾਤਮਾ ਦਾ ਰੂਪ ਤੇ ਫਿਰ ਇਹਨੂੰ ਵੀ ਪਰਮਾਤਮਾ ਵਾਂਗੂ ਸਮਰੱਥ ਹੋਣਾ ਚਾਹੀਦਾ, ਇਹ ਵੀ ਪਰਮਾਤਮਾ ਵਾਂਗੂ ਮਹਾਨ ਹੋਵੇ। ਇਹ ਫਿਰ ਕਿਉਂ ਸੰਸਾਰ ਦੇ ਵਿੱਚ ਅਸਮਰਥ ਬਣ ਜਾਂਦਾ ਹੈ? ਤੇ ਭਾਈ ਸਾਹਿਬ ਜੀ ਦੇ ਬਚਨ ਇਸ ਗੱਲ ਦਾ ਉੱਤਰ ਦਿੰਦੇ ਨੇ ਕਿ ਆਤਮਾ ਟਿਕਾਓ ਵਿੱਚ ਹੈ, ਆਤਮਾ ਸ਼ੁੱਧ ਹੈ, ਆਤਮਾ ਦੁੱਖ ਸੁੱਖ ਤੋਂ ਨਿਰਲੇਪ ਹੈ। ਪਰ ਗੱਲ ਕਿੱਥੇ ਵਿਗੜੀ ਕਿ ਜਿਹੜਾ ਸਾਡਾ ਮਨ ਹੈ ਇਹ ਖੋਟ ਦਾ ਰੂਪ ਹੈ, ਇਹ ਬਿਲਕੁਲ ਨਿਰਾ ਖੋਟਾ ਹੈ, ਪਰ ਜੁੜਿਆ ਹੋਇਆ ਸਰੀਰ, ਮਨ ਤੇ ਆਤਮਾ ਇਹ ਇੱਕੋ ਮਾਰਗ ਤੇ ਤੁਰਦੇ ਨੇ। ਇੱਕ ਹੀ ਮੋਤੀ, ਇੱਕ ਹੀ ਧਾਗੇ ਦੇ ਮੋਤੀ ਨੇ ਮਨ, ਆਤਮਾ ਤੇ ਸਰੀਰ। ਇਹਨਾਂ ਦਾ ਆਪਸ ਦੇ ਵਿੱਚ ਗੂੜਾ ਸੰਬੰਧ ਹੈ। ਸਰੀਰ ਦੁਖੀ ਹੈ ਤੇ ਮਨ ਦੁਖੀ ਹੋਏਗਾ, ਮਨ ਦੁਖੀ ਹੈ ਤੇ ਉਹਦਾ ਦੁੱਖ ਆਤਮਾ ਤੱਕ ਪਹੁੰਚੇਗਾ। ਪਰ ਇਹਦਾ ਮਤਲਬ ਇਹ ਨਹੀਂ ਵੀ ਆਤਮਾ ਦੁਖੀ ਹੈ। ਆਤਮਾ ਦਾ ਦੁੱਖ ਸਾਨੂੰ ਤਾਂ ਮਹਿਸੂਸ ਹੁੰਦਾ ਹੈ, ਅਸੀਂ ਅੰਦਰੋਂ ਦੁਖੀ ਤਾਂ ਮਹਿਸੂਸ ਕਰਾਂਗੇ ਕਿਉਂਕਿ ਮਨ ਦੇ ਖੋਟ ਨੇ ਜਦੋਂ ਭੜਕਾਇਆ ਤੇ ਸੋਨਾ ਨਾਲ ਭੁਟਕਦਾ ਹੈ। ਜਦੋਂ ਖੋਟ ਅਸ਼ੁੱਧੀ ਨਾਲ ਭੜਕਾਉਂਦੀ ਹੈ ਤੇ ਉਛਲਣਾ ਤੇ ਪੈਂਦਾ ਹੈ, ਪਰ ਸੋਨੇ ਨੂੰ ਦੁੱਖ ਨਹੀਂ, ਸੋਨੇ ਨੂੰ ਸੇਕ ਨਹੀਂ। ਉਹ ਤਾਂ ਜਦੋਂ ਖੋਟ ਮਿਟ ਜਾਂਦਾ ਉਸੇ ਤਰ੍ਹਾਂ ਉਸ ਕੁਠਾਲੀ ਵਿੱਚ ਟਿਕਿਆ ਰਹਿੰਦਾ। ਇਨ ਬਿਨ ਜਦੋਂ ਮਨ ਦਾ ਖੋਟ ਮਰ ਜਾਂਦਾ ਹੈ, ਮਨ ਦੀ ਮੈਲ ਉਤਰ ਜਾਂਦੀ ਹੈ, ਆਤਮਾ ਨਿਰੰਤਰ ਪਰਮਾਤਮਾ ਦੇ ਟਿਕਾਓ ਵਿੱਚ ਰਹਿੰਦੀ ਹੈ। ਪਰ ਜਿੰਨਾ ਚਿਰ ਭਟਕਣਾ ਹੈ, ਜਿੰਨਾ ਚਿਰ ਖੋਟਾਪਨ ਹੈ ਅੰਦਰ, ਜਿੰਨਾ ਚਿਰ ਅਸ਼ੁੱਧੀਆਂ ਨੇ, ਉਹਨਾਂ ਸਮਾਂ ਮਨ ਭੁੜਕਦਾ ਹੈ ਤੇ ਸਾਨੂੰ ਇਉਂ ਲੱਗਦਾ ਹੈ ਵੀ ਸਾਡੀ ਆਤਮਾ ਵੀ ਦੁਖੀ ਹੈ, ਅਸੀਂ ਅੰਦਰੋਂ ਵੀ ਦੁਖੀ ਹਾਂ, ਪਰ ਉਹ ਖੋਟ ਦੇ ਕਾਰਨ ਹੁੰਦਾ। ਆਤਮਾ ਕਦੀ ਦੁਖੀ ਨਹੀਂ ਹੁੰਦੀ। ਭਾਈ ਸਾਹਿਬ ਨੇ ਤਿੰਨਿਆਂ ਉਦਾਹਰਨਾਂ ਦਾ ਜ਼ਿਕਰ ਕਰਕੇ ਅਖੀਰ ਇਹ ਗੱਲ ਕੀਤੀ ਕਿ ਸੱਚਮੁੱਚ ਮਨ ਇਹਨਾਂ ਚੀਜ਼ਾਂ ਵਰਗਾ ਹੈ। ਮਨ ਪਤੰਗ ਵਰਗਾ ਹੈ, ਮਨ ਲਾਟੂ ਵਰਗਾ ਹੈ ਤੇ ਮਨ ਸੋਨੇ ਵਰਗਾ ਹੈ। ਜਿਤਨਾ ਸਮਾਂ ਇਹਦੇ 'ਚ ਖੋਟ ਹੈ ਭਟਕੇਗਾ, ਜਿੰਨਾ ਸਮਾਂ ਮਾਇਆ ਦਾ ਚੱਕਰ ਹੈ ਭਟਕੇਗਾ, ਜਿੰਨਾ ਸਮਾਂ ਵਿਕਾਰਾਂ ਦੀ ਵਿਸ਼ਿਆਂ ਦੀ ਹਵਾ ਹੈ ਇਹ ਭਟਕੇਗਾ। ਜਿੱਦਣ ਇਹ ਸਾਰਾ ਕੁਝ ਮਿਟ ਗਿਆ ਉਸ ਸਮੇਂ ਮਨ ਟਿਕ ਜਾਏਗਾ। ਪਰ ਇਹ ਹੋਣਾ ਗੁਰੂ ਦੀ ਕਿਰਪਾ ਦੇ ਸਦਕਾ। ਭਾਈ ਸਾਹਿਬ ਜੀ ਦੇ ਬਚਨ ਨੇ, ਪਵਨ ਗਵਨ ਜੈਸੇ ਗੁੱਡੀਆ ਉਡਤ ਰਹਿਤ, ਪਵਨ ਰਹਿਤ गुड्डी उड़ ना सकत है। पवन गवन जैसे गुडिया उड़त रहे, पवन रहत गुड्डी उड़ ना सकत है। डोरी की मरोर जैसे लटुआ फिरत रहे, ताओ हाओ मिटै गिर परै होए थकत है। कंचन अशुद्ध, कंचन कहिए सोना, अशुद्ध हुंदा जदों कुठारी में ठहरात नाहे, वो कुठाली विच ठहरदा नहीं, वो कुठाली विच टिकदा नहीं। पर निचल पए छब कै छबत है, जदों ਉਹਦੇ ਚੋਂ ਖੋਟ ਮਿਟ ਜਾਂਦਾ ਹੈ, ਇੱਕ ਤਾਂ ਟਿਕ ਜਾਂਦਾ ਹੈ ਤੇ ਦੂਸਰਾ ਉਹ ਬਹੁਤ ਚਮਕਦਾ ਹੈ, ਉਹ ਬਹੁਤ ਭਾਅ ਮਾਰਦਾ ਹੈ। ਅਸ਼ੁੱਧ ਸੋਨਾ ਇੱਕ ਤਾਂ ਮੈਲਾ ਹੋਏਗਾ, ਉਹਦਾ ਰੰਗ ਪੂਰਾ ਨਹੀਂ ਚਮਕੇਗਾ, ਤੇ ਦੂਸਰਾ ਉਹ ਭੜਕੇਗਾ। ਜਿੰਨਾ ਚਿਰ ਮਨ ਆਤਮਾ ਮਨ ਕਰਕੇ ਮਨੁੱਖ ਅਸ਼ੁੱਧ ਹੈ, ਉਤਨਾ ਸਮਾਂ ਇਹਦੀ ਆਤਮਾ ਦੀ ਰੰਗਤ ਕੀ ਹੈ ਇਹਦੇ ਸਾਹਮਣੇ ਪ੍ਰਗਟ ਨਹੀਂ ਹੋਏਗੀ। ਇਹ ਪਰਮਾਤਮਾ ਪਰਮੇਸ਼ਵਰ ਦੀ ਕਿਰਪਾ ਦਾ ਪਾਤਰ ਨਹੀਂ ਬਣ ਸਕਦਾ, ਕਿਉਂਕਿ ਖੋਟ ਨੇ ਇਹਦੀ ਉਹ ਚਮਕ ਨੂੰ ਮਾਰ ਦਿੱਤਾ ਹੈ। ਤੇ ਦੂਸਰਾ ਇਹ ਭਟਕੇਗਾ। ਕੰਚਨ ਅਸ਼ੁੱਧ ਕੁਠਾਰੀ ਮੈਂ ਠਹਿਰਾਤ ਨਾਹੇ, ਕੰਚਨ ਜਿਵੇਂ ਅਸ਼ੁੱਧ ਹੋਵੇ ਤੇ ਕੁਠਾਲੀ ਵਿੱਚ ਠਹਿਰਦਾ ਨਹੀਂ। ਨਿਹਚਲ ਭਏ ਛਬ ਕੈ ਛਬਤ ਹੈ, ਤੇ ਜਦੋਂ ਖੋਟ ਮਰ ਜਾਏ ਇੱਕ ਤਾਂ ਟਿਕ ਜਾਂਦਾ ਤੇ ਇੱਕ ਸੋਹਣਾ ਛੱਬ ਬਣ ਜਾਂਦਾ, ਉਹਦੀ ਸ਼ੋਭਾ ਵੱਧ ਜਾਂਦੀ ਹੈ। ਇਸੇ ਤਰ੍ਹਾਂ ਭਾਈ ਸਾਹਿਬ ਜੀ ਨੇ ਅਖੀਰ ਕਿਰਪਾ ਕੀਤੀ ਕਿ ਮਨ ਹੈ ਜਿਹੜਾ ਇਹ ਸਾਰੀ ਉਮਰ ਦੁਬਦਾ ਦੁਰਮਤ ਭ੍ਰਮਤ ਹੈ ਚਤੁਰਕੁੰਟ। ਇਹ ਮਨ ਨੂੰ ਭਟਕਾਉਂਦਾ ਕੌਣ ਹੈ? ਇੱਕ ਤਾਂ ਦੁਬਦਾ, ਇੱਕ ਦੁਰਮਤ। ਸਾਡੀ ਆਪਣੀ ਮਤ ਜਿਹੜੀ ਉਹ ਦੁਰਮਤ ਹੈ, ਭਾਵ ਅਸੀਂ ਕਦੀ ਚੰਗਾ ਨਹੀਂ ਸੋਚ ਸਕਦੇ, ਅਸੀਂ ਕਦੀ ਚੰਗੇ ਖਿਆਲ ਪੈਦਾ ਨਹੀਂ ਕਰ ਸਕਦੇ, ਕਿਉਂਕਿ ਸਾਡਾ ਮਨ ਖੋਟਾ ਹੈ ਤੇ ਖੋਟ ਦੇ ਵਿੱਚੋਂ ਤੇ ਖੋਟ ਹੀ ਪੈਦਾ ਹੋਏਗਾ। ਜਿੰਨਾ ਸਮਾਂ ਮਨੁੱਖ ਆਪਣੀ ਮਤ ਦੇ ਅਨੁਸਾਰ ਚੱਲੇਗਾ, ਆਪਣੀ ਮਰਜ਼ੀ ਅਨੁਸਾਰ ਚੱਲੇਗਾ, ਉਤਨਾ ਸਮਾਂ ਇਹ ਦੁਬਦਾ ਤੇ ਭਰਮ ਦੇ ਵਿੱਚ ਪਾਇਆ ਰਹੇ। ਦੁਬਦਾ ਦੁਰਮਤ ਭ੍ਰਮਤ ਹੈ ਚਤੁਰਕੁੰਟ। ਚਤੁਰਕੁੰਟ ਤੋਂ ਭਾਵ ਚਾਰੇ ਪਾਸੇ ਘੁੰਮੇਗਾ ਦੁਬਦਾ ਦੇ ਕਾਰਨ, ਦੁਰਮਤ ਦੇ ਕਾਰਨ। ਪਰ ਸਤਿਗੁਰ ਟੇਕ ਮੋਨ ਨਾ ਬਕਤ ਹੈ। ਪਰ ਜੇ ਕਿਤੇ ਗੁਰੂ ਦੀ ਟੇਕ ਲੈ ਲੈ, ਗੁਰਮਤ ਦਾ ਧਾਰਨੀ ਹੋ ਜਾਏ,
ਫਿਰ ਮੋਨ, ਮੋਨ ਤੋਂ ਭਾਵ ਮਨ ਚੁੱਪ ਕਰ ਜਾਏਗਾ, ਤੇ ਚੁੱਪ ਤੋਂ ਭਾਵ ਹੈ ਕਿ ਇਹਦੇ ਅੰਦਰ ਬਿਲਕੁਲ ਟਿਕਾ ਆ ਜਾਏਗਾ, ਇਹ ਬਿਲਕੁਲ ਗਿਆਨ ਅਵਸਥਾ ਨੂੰ ਹਾਸਲ ਕਰ ਲਏਗਾ। ਗਿਆਨੀ ਜਿਹੜਾ ਹੈ, ਜਿਹਦੇ ਅੰਦਰ ਦੀ ਗਿਆਨ ਦੀ ਸੋਝੀ ਆ ਗਈ, ਇਹਦਾ ਮਤਲਬ ਇਹ ਨਹੀਂ ਵੀ ਉਹ ਜ਼ੁਬਾਨ ਨੂੰ ਤਾਲਾ ਲਾ ਲੈਂਦਾ। ਮੋਨ ਕਈ ਤਰੀਕਿਆਂ ਦਾ ਹੈ। ਇੱਕ ਪ੍ਰਾਣੀ ਉਹ ਹੈ ਜਿਹੜਾ ਹੱਠ ਮੋਨ ਕਰਦਾ ਹੈ, ਭਾਵ ਆਪਣੀ ਜ਼ੁਬਾਨ ਨੂੰ ਜਿੱਦ ਕਰਕੇ ਹੱਠ ਕਰਕੇ ਬੰਦ ਕਰ ਲੈਂਦਾ, ਪਰ ਉਹਦਾ ਮਨ ਬੋਲਦਾ ਰਹਿੰਦਾ, ਉਹਦਾ ਮਨ ਕਲਪਦਾ ਰਹਿੰਦਾ। ਹੱਠ ਮੋਨ ਬਾਬਤ ਗੁਰੂ ਨਾਨਕ ਦੇਵ ਜੀ ਨੇ ਬਚਨ ਕਹੇ ਨੇ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵ ਧਾਰ, ਕਿ ਤੂੰ ਸ਼ਾਰੀਰਿਕ ਸਮਾਧੀ ਲਾ ਕਰਕੇ ਜਿੰਨਾ ਸਮਾਂ ਮਰਜ਼ੀ ਚੁੱਪ ਕਰਕੇ ਬੈਠਾ ਰਹਿ, ਤੇਰਾ ਹੱਠ ਮੋਨ ਹੈ। ਹੱਠ ਮੋਨ ਕਰਕੇ ਤੂੰ ਸੰਸਾਰ ਵਿੱਚ ਕੋਈ ਸੋਭਾ ਆਦਰ ਪਾ ਸਕਦਾ ਹੈ, ਪਰ ਤੂੰ ਰੱਬ ਦੇ ਘਰ ਪ੍ਰਾਪਤੀ ਨਹੀਂ ਕਰ ਸਕਦਾ, ਗੁਰੂ ਦੀ ਪਰਮੇਸ਼ਵਰ ਦੀ ਪ੍ਰਾਪਤੀ ਨਹੀਂ ਤੈਨੂੰ ਹੋਏਗੀ। ਹੱਠ ਮੋਨ ਹੈ ਇੱਕ, ਮਨ ਨੂੰ ਨਾ ਚੁੱਪ ਕਰਾ ਸਕੇ ਇਨਸਾਨ, ਜ਼ੁਬਾਨ ਨੂੰ ਤਾਲਾ ਲਾਏ, ਉਹਨੂੰ ਕਿਹਾ ਜਾਂਦਾ ਹੱਠ ਮੋਨ। ਇੱਕ ਹੈ ਜੜ ਮੋਨ। ਜੜ ਮੋਨ ਤੋਂ ਭਾਵ ਜਿਸ ਇਨਸਾਨ ਨੂੰ ਰੱਬ ਨੇ ਬੋਲਣ ਦੀ ਸ਼ਕਤੀ ਨਹੀਂ ਦਿੱਤੀ, ਜਿਸ ਵਿਚਾਰੇ ਕੋਲ ਜ਼ੁਬਾਨ ਹੀ ਨਹੀਂ, ਉਹ ਜੜ ਮੋਨੀ ਹੈ, ਉਹ ਜਮਾਂਦਰੂ ਹੀ ਗੂੰਗਾ ਹੈ, ਉਸ ਕੋਲ ਬੋਲਣ ਦੀ ਸ਼ਕਤੀ ਨਹੀਂ, ਉਹ ਜਮਾਂਦਰੂ ਹੀ ਗੂੰਗਾ ਹੈ। ਤੀਸਰਾ ਹੈ ਗੁੰਗ ਮੋਨ। ਗੁੰਗ ਮੋਨ ਤੋਂ ਭਾਵ ਹੈ ਜਿਹੜਾ ਆਪਣੀ ਮੂਰਖਤਾ ਨੂੰ ਛੁਪਾਉਣ ਵਾਸਤੇ ਚੁੱਪ ਕਰ ਜਾਏ। ਜਿੱਥੇ ਪਤਾ ਲੱਗੇ ਨਾ ਵੀ ਮੈਨੂੰ ਇਸ ਗੱਲ ਦਾ ਗਿਆਨ ਨਹੀਂ, ਮੈਨੂੰ ਇਸ ਬਾਬਤ ਪਤਾ ਨਹੀਂ, ਉੱਥੇ ਮਨੁੱਖ ਤਾਂ ਹੀ ਆਦਰ ਪਾ ਸਕਦਾ ਹੈ, ਤਾਂ ਹੀ ਆਪਣਾ ਆਪ ਛੁਪਾ ਸਕਦਾ ਹੈ, ਜੇ ਉੱਥੇ ਉਹ ਚੁੱਪੀ ਧਾਰ ਲੈ, ਉਹ ਚੁੱਪ ਕਰ ਜਾਏ। ਇਹ ਮੋਨ ਵੀ ਚੰਗਾ ਹੈ, ਪਰ ਸਭ ਤੋਂ ਉੱਤਮ ਹੈ ਗਿਆਨ ਮੋਨ। ਗਿਆਨ ਮੋਨ ਤੋਂ ਭਾਵ ਹੈ ਜਿਹੜਾ ਭਾਈ ਸਾਹਿਬ ਜੀ ਨੇ ਬਚਨ ਕੀਤਾ, ਗੁਰਮਤਿ ਏਕ ਟੇਕ। ਜਦੋਂ ਗੁਰੂ ਦੀ ਟੇਕ ਲੈ ਲੈਂਦਾ ਨਾ ਇਨਸਾਨ, ਮੋਨ ਨਾ ਬਕਤ ਹੈ, ਉਦੋਂ ਫਿਰ ਉਹ ਚੁੱਪ ਕਰ ਜਾਂਦਾ ਹੈ। ਭਾਵ ਗਿਆਨਵਾਨ ਨੂੰ ਆਪਣੇ ਅੰਦਰ ਜਦੋਂ ਸੋਝੀ ਆ ਜਾਂਦੀ ਹੈ, ਉਹ ਬਾਹਰ ਦੀਆਂ ਭਟਕਨਾਵਾਂ ਤੋਂ ਚੁੱਪ ਹੋ ਜਾਂਦਾ ਹੈ, ਉਹ ਬਾਹਰ ਦੀਆਂ ਭਟਕਨਾਵਾਂ ਨੂੰ ਛੱਡ ਦਿੰਦਾ ਹੈ। ਉਹ ਸਿਰਫ ਗਿਆਨਮਈ ਅਵਸਥਾ ਵਿੱਚ ਆ ਕਰਕੇ ਉਤਨਾ ਕੁ ਬੋਲਦਾ ਹੈ ਜਿਤਨੀ ਕੋ ਜ਼ਰੂਰਤ ਸਮਝਦਾ ਹੈ, ਉਹਨਾਂ ਕੋਈ ਵਿਚਰਦਾ ਹੈ ਜਿੰਨੀ ਕੋ ਜ਼ਰੂਰ ਸਮਝਦਾ ਹੈ, ਨਹੀਂ ਤਾਂ ਉਹ ਬਿਲਕੁਲ ਮੌਨ ਅਵਸਥਾ ਦੇ ਵਿੱਚ, ਨਿਸ਼ਚਲ ਅਵਸਥਾ ਦੇ ਵਿੱਚ ਰਹਿੰਦਾ ਹੈ। ਗੁਰਮਤਿ ਏਕ ਟੇਕ ਮੌਨ ਨਾ ਬਕਤ ਹੈ। ਬਕਤ ਤੋਂ ਭਾਵ ਬਹੁਤਾ ਨਹੀਂ ਬੋਲਦਾ, ਉਹ ਵਾਦ ਵਿਵਾਦ ਨਹੀਂ ਕਰਦਾ, ਕਿਉਂਕਿ ਗੁਰੂ ਕਿਰਪਾ ਸਦਕਾ ਉਹ ਗੁਰਮਤਿ ਦਾ ਧਾਰਨੀ ਹੋ ਗਿਆ। ਸੰਸਾਰ ਜਗਤ ਦੇ ਅੰਦਰ ਪ੍ਰਾਣੀ ਜਿਤਨਾ ਸਮਾਂ ਵਾਸ਼ਨਾਵਾਂ ਦਾ ਬੱਧਾ ਹੈ, ਜਿੰਨਾ ਸਮਾਂ ਦੁਰਮਤ ਤੇ ਦੁਰਬਦਾ ਦੇ ਵਿੱਚ ਰਹਿੰਦਾ ਹੈ, ਉਤਨਾ ਸਮਾਂ ਇਹਦਾ ਮਨ ਟਿਕਾ ਵਿੱਚ ਨਹੀਂ ਰਹਿ ਸਕਦਾ, ਭਟਕਣਾ ਵਿੱਚ ਰਹਿੰਦਾ ਹੈ, ਤੇ ਦੁੱਖ ਤਕਲੀਫ ਬਣੀ ਰਹਿੰਦੀ ਹੈ। ਇਹ ਭਟਕਣਾ ਹੀ, ਇਹ ਦੁਬਦਾ ਹੀ ਇਹਨੂੰ ਇਹ ਸਿਖਾ ਦਿੰਦੀ ਹੈ ਕਿ ਤੂੰ ਸੰਸਾਰ ਵਿੱਚ ਸੰਸਾਰੀ ਪ੍ਰੀਤ ਨਿਭਾ, ਇਹ ਤੇਰੇ ਨਾਲ ਰਹੇਗੀ। ਸੰਸਾਰ ਦੇ ਪਦਾਰਥਾਂ ਨਾਲ ਪ੍ਰੀਤ ਪਾ, ਇਹ ਤੇਰੇ ਨਾਲ ਰਹੇਗੀ। ਮੋਹ ਦੇ ਵਿੱਚ ਰਹਿ, ਲਾਲਚ ਲੋਭ ਦੇ ਵਿੱਚ ਰਹਿ, ਇਹ ਦੁਬਦਾ ਤੇ ਦੁਰਮਤ ਇਹਨੂੰ ਭਟਕਾਉਂਦੀ ਹੈ, ਤੇ ਇਸ ਕਰਕੇ ਸਾਰੀ ਉਮਰ ਇਹਨਾਂ ਚੀਜ਼ਾਂ ਦੇ ਵਿੱਚ ਇਹ ਲਗਾਉਂਦਾ ਹੈ। ਪਰ ਭਾਈ ਭਗਤ ਕਬੀਰ ਜੀ ਦਾ ਇੱਕ ਪਾਵਨ ਬਚਨ ਹੁੰਦਾ ਹੈ ਕਿ ਇਹ ਸੰਸਾਰ ਦੀ ਰੀਤ ਹੈ, ਉਪਜੈ ਨਿਪਜੈ ਨਿਪਜ ਸਮਾਹੀ, ਨੈਨਹਿ ਦੇਖਤ ਇਹੋ ਜਗ ਜਾਏ। ਕਹਿਣ ਲੱਗੇ ਬੰਦਾ ਉਪਜਦਾ ਹੈ, ਪੈਦਾ ਹੁੰਦਾ ਹੈ, ਉਪਜੈ ਨਿਪਜੈ, ਨਿਪਜੈ ਤੋਂ ਭਾਵ ਪ੍ਰਫੁੱਲਤ ਹੁੰਦਾ ਹੈ, ਨਿਪਜ ਸਮਾਹੀ ਪ੍ਰਫੁੱਲਤ ਹੋ ਕੇ ਫਿਰ ਮਿਟ ਜਾਂਦਾ ਹੈ। ਸੰਸਾਰ ਦੀ ਰੀਤ ਹੈ, ਪਹਿਲਾਂ ਕੁਝ ਵਸਤੂ ਪਣਪਦੀ ਹੈ, ਉਹ ਹੋਂਦ ਵਿੱਚ ਆਉਂਦੀ ਹੈ, ਹੋਂਦ ਵਿੱਚ ਆ ਕੇ ਉਹ ਆਪਣਾ ਪੂਰਨ ਵਿਕਾਸ ਧਾਰਨ ਕਰਦੀ ਹੈ, ਤੇ ਵਿਕਾਸ ਤੋਂ ਬਾਅਦ ਉਹ ਫਿਰ ਘਟਣ ਵਾਲੇ ਪਾਸੇ ਚਲੀ ਜਾਂਦੀ ਹੈ। ਇਹ ਸੰਸਾਰ ਦੀ ਤੇ ਕੁਦਰਤ ਦਾ ਨਿਯਮ ਹੈ ਕਿ ਜਦੋਂ ਹਰੇਕ ਵਸਤੂ ਆਪਣੇ ਪੂਰੇ ਜੋਬਨ ਤੇ ਆ ਜਾਂਦੀ ਹੈ ਨਾ, ਤੇ ਉਸ ਤੋਂ ਬਾਅਦ ਜਿਹੜਾ ਰੱਬ ਦਾ ਨਿਯਮ ਹੈ ਉਹਦਾ ਦਿਨ ਘਟਨੇ ਸ਼ੁਰੂ ਹੋ ਜਾਂਦੇ ਨੇ। ਜੋਬਨ ਤੋਂ ਬਾਅਦ ਨਿਡਾਲਤਾ ਵਾਲੇ ਪਾਸੇ, ਨਿਵਾਨਤਾ ਵਾਲੇ ਪਾਸੇ ਜਾਣਾ ਪੈਂਦਾ ਹੈ। ਸੰਸਾਰ ਦੀ ਕੋਈ ਵਸਤੂ ਲੈ ਲਈਏ, ਕੋਈ ਪ੍ਰਾਣੀ ਲੈ ਲਈਏ, ਜਦੋਂ ਆਪਣੇ ਪੂਰੇ ਜੋਬਨ ਤੇ ਆ ਗਿਆ ਨਾ, ਜਦੋਂ ਖਿੜ ਗਿਆ ਫੁੱਲ, ਪਹਿਲਾਂ ਕਲੀ ਹੁੰਦਾ ਹੈ, ਫਿਰ ਉਹ ਫੁੱਲ ਦਾ ਰੂਪ ਧਾਰਨ ਕਰਦਾ ਹੈ, ਫਿਰ ਉਹ ਪੂਰਨ ਖਿੜਾਓ ਵਿੱਚ ਆਉਂਦਾ ਹੈ, ਤੇ ਪੂਰਨ ਖਿੜਾਓ ਤੋਂ ਬਾਅਦ ਕੀ ਹੈ, ਉਹ ਮੁਰਝਾ ਜਾਂਦਾ ਹੈ, ਉਹ ਮਿਟ ਜਾਂਦਾ, ਉਹ ਖਤਮ ਹੋ ਜਾਂਦਾ ਹੈ। ਸੰਸਾਰ ਵੀ ਐਸਾ ਹੈ, ਭਾਵੇਂ ਕਿ ਖਿੜਾਓ ਸਾਨੂੰ ਸਦਾ ਚੰਗਾ ਲੱਗਦਾ ਹੈ, ਹਰ ਇੱਕ ਪ੍ਰਾਣੀ ਚਾਹੁੰਦਾ ਵੀ ਸਦਾ ਖਿੜਾ ਰਹੇ, ਵਿਗਾਸ ਰਹੇ। ਹਰ ਇੱਕ ਫੁੱਲ ਆਪਣੀ ਖਿੜਾ ਨੂੰ ਦੇਖ ਕਰਕੇ ਮਾਣ ਮਹਿਸੂਸ ਕਰਦਾ ਹੈ, ਆਪਣੀ ਕੋਮਲਤਾ ਤੇ ਸੁੰਦਰਤਾ ਨੂੰ ਦੇਖ ਕੇ ਮਾਣ ਮਹਿਸੂਸ ਕਰਦਾ ਹੈ। ਪਰ ਜਿਸ ਫੁੱਲ ਨੂੰ ਇਹ ਪਤਾ ਹੈ ਨਾ ਵੀ ਅਗਲੇ ਹੀ ਪਹਿਰ ਮੈਂ ਮੁਰਝਾ ਜਾਣਾ ਹੈ, ਅਗਲੇ ਹੀ ਪਹਿਰ ਮੈਂ ਮਿਟ ਜਾਣਾ ਹੈ,
ਉਹ ਆਪਣੀ ਸੁੰਦਰਤਾ ਨੂੰ ਮਾਣੇਗਾ ਜ਼ਰੂਰ, ਉਹ ਆਪਣੇ ਖਿੜਾਅ ਨੂੰ ਮਾਣੇਗਾ ਜ਼ਰੂਰ, ਪਰ ਉਹ ਆਪਣੀ ਸੁੰਦਰਤਾ ਤੇ ਖਿੜਾਓ ਦਾ ਹੰਕਾਰ ਨਹੀਂ ਕਰੇਗਾ, ਉਹਦੀ ਹਉਮੈ ਵਿੱਚ ਨਹੀਂ ਰਹੇਗਾ, ਉਹਦੇ ਮਾਣ ਵਿੱਚ ਨਹੀਂ ਰਹੇਗਾ। ਤੇ ਜਿਹੜਾ ਆਪਣੇ ਖਿੜਾਓ ਦੀ ਹਉਮੈ ਤੇ ਮਾਣ ਵਿੱਚ ਰਹਿੰਦਾ ਹੈ, ਉਹ ਫਿਰ ਦੂਸਰਿਆਂ ਦੇ ਖੇੜੇ ਨੂੰ ਮਿਟਾਉਣਾ ਚਾਹੁੰਦਾ ਹੈ ਵੀ ਦੂਜਿਆਂ ਦੇ ਖੇੜੇ ਮਿਟਾ ਦਿਆਂ ਤੇ ਮੈਂ ਖਿੜਿਆ ਰਵਾਂ। ਜਿਵੇਂ ਕੋਈ ਪ੍ਰਾਣੀ ਇੱਕ ਫੁੱਲ ਖਿੜਿਆ ਹੋਵੇ ਤੇ ਉਹ ਫੁੱਲ ਕਹੇ ਵੀ ਮੇਰਾ ਖੇੜਾ ਤੇ ਤਾਂ ਰਹਿ ਸਕਦਾ ਹੈ ਜਿਹੜੇ ਮੇਰੇ ਚੌਗਿਰਦੇ ਖਿੜੇ ਹੋਏ ਨੇ ਮੈਂ ਉਹਨਾਂ ਨੂੰ ਮਿਟਾ ਦਿਆਂ, ਉਹਨਾਂ ਦਾ ਨਾਸ਼ ਕਰ ਦਿਆਂ। ਐਸਾ ਨਹੀਂ ਹੋ ਸਕਦਾ। ਹਰੇਕ ਪ੍ਰਾਣੀ ਜੀਵ ਫੁੱਲ ਦੀ ਤਰ੍ਹਾਂ ਹੀ ਹੈ, ਉਹ ਖਿੜਿਆ ਹੋਇਆ ਹੈ, ਪੂਰਨ ਖਿੜਾਓ ਵਿੱਚ ਹੈ, ਜੋਬਨ ਵਿੱਚ ਹੈ, ਧਨ ਕਰਕੇ ਪੂਰਾ ਹੈ, ਸੰਸਾਰੀ ਪਦਾਰਥਾਂ ਕਰਕੇ ਪੂਰਾ ਹੈ, ਮਾਣ ਬਲ ਕਰਕੇ ਪੂਰਾ ਹੈ। ਪਰ ਉਹ ਕਹੇ ਜਦੋਂ ਜੋਬਨ ਤੋਂ ਬਾਅਦ ਫਿਰ ਡਰ ਆਉਂਦਾ ਨਾ, ਜਦੋਂ ਕੋਈ ਵਸਤੂ ਪਦਾਰਥ ਆਪਣੇ ਪੂਰੇ ਜੋਬਨ 'ਤੇ ਆ ਜਾਂਦੀ ਹੈ, ਪੂਰੇ ਸਿਖਰ 'ਤੇ ਆ ਜਾਂਦੀ ਹੈ, ਉਸ ਤੋਂ ਬਾਅਦ ਉੱਥੇ ਟਿਕਣ ਤੋਂ ਬਾਅਦ ਉਹਨੂੰ ਇੱਕ ਡਰ ਆ ਜਾਂਦਾ, ਇੱਕ ਭੈ ਨਾਲ ਜਨਮ ਲੈ ਲੈਂਦਾ ਹੈ ਵੀ ਹੁਣ ਕਿਤੇ ਮੇਰਾ ਇਹ ਪੂਰਨ ਜਿਹੜਾ ਟਿਕਾਊ ਹੈ, ਜਿਹੜੀ ਮੈਨੂੰ ਇਹ ਅਵਸਥਾ ਮਿਲੀ ਹੈ, ਜੋ ਮੇਰੇ ਪਾਸ ਹੁਣ ਹੈ, ਕਿਤੇ ਵਿਨਸ ਨਾ ਜਾਏ, ਮਿਟ ਨਾ ਜਾਏ। ਤੇ ਫਿਰ ਇਨਸਾਨ ਉੱਥੇ ਖਲੋ ਕੇ ਐਸੀਆਂ ਕਾਢਾਂ ਕੱਢਦਾ ਹੈ ਕਿ ਚੌਗਿਰਦੇ ਦੇ ਜੀਵਾਂ ਵੱਲ ਦੇਖਦਾ ਵੀ ਕੌਣ ਕੌਣ ਮੇਰੀ ਇਸ ਵਿਕਾਸ ਵਾਲੇ ਜੀਵਨ ਨੂੰ ਨਾਸ਼ ਤੇ ਨੁਕਸਾਨ ਪਹੁੰਚਾ ਸਕਦਾ ਹੈ, ਮੈਂ ਪਹਿਲਾਂ ਉਹਨਾਂ ਦਾ ਨੁਕਸਾਨ ਕਰ ਦਿਆਂ, ਉਹਨਾਂ ਨੂੰ ਮਾਰ ਦਿਆਂ, ਉਹਨਾਂ ਨੂੰ ਖਤਮ ਕਰ ਦਿਆਂ। ਪਰ ਇਹ ਭੁਲੇਖਾ ਤੇ ਭਰਮ ਸਾਰੀ ਉਮਰ ਪਾਲਦਾ ਹੈ। ਖਿੜਾਓ ਤੋਂ ਬਾਅਦ ਮੁਰਝਾਣਾ ਅਤ ਜ਼ਰੂਰੀ ਹੈ, ਇਹ ਕੁਦਰਤੀ ਨਿਯਮ ਹੈ। ਹਾਂ, ਸੰਸਾਰੀ ਖੇੜੇ ਦੀ ਗੱਲ ਹੈ ਜਿਹਦੇ ਅੰਦਰ ਪਰਮਾਤਮਾ ਪਰਮੇਸ਼ਵਰ ਦਾ ਨਾਮ ਖਿੜ ਗਿਆ, ਅੰਦਰ ਵਿਕਾਸ ਆਨੰਦ ਦਾ ਆ ਗਿਆ, ਉਹਦਾ ਕਦੀ ਵੀ ਮੁਰਝਾਣਾ, ਉਹ ਕਦੀ ਨਹੀਂ ਮੁਰਝਾਉਂਦਾ, ਉਹ ਕਦੀ ਨਿਰਾਸ਼ਤਾ ਵਿੱਚ, ਉਹ ਕਦੀ ਮੁਰਦਾ ਨਹੀਂ ਹੁੰਦਾ, ਉਹ ਸਦੀਵ ਕਾਲ ਆਨੰਦ ਵਿੱਚ ਹੈ। ਨਾਨਕ ਭਗਤਾਂ ਸਦਾ ਵਿਗਾਸ, ਉਹ ਸਦਾ ਖੇੜੇ ਵਿੱਚ ਨੇ, ਉਹਨਾਂ ਨੂੰ ਕਦੀ ਵੀ ਮੁਰਝਾਣਾ ਨਹੀਂ ਆਉਂਦਾ, ਉਹ ਕਦੀ ਆਪਣੇ ਇਸ ਕਰਕੇ ਡਰ ਤੇ ਨਿਰਾਸ਼ਤਾ ਵਿੱਚ ਨਹੀਂ ਆਉਂਦੇ ਵੀ ਹੁਣ ਮੈਂ ਪੂਰੇ ਆਨੰਦ ਵਿੱਚ ਹਾਂ ਤੇ ਇਹ ਮੇਰਾ ਆਨੰਦ ਕਿਤੇ ਮਿਟ ਨਾ ਜਾਏ, ਖਤਮ ਨਾ ਹੋ ਜਾਏ। ਸੁੱਖ ਦੁੱਖ ਵਿੱਚ ਤਬਦੀਲ ਹੋ ਸਕਦਾ ਹੈ, ਪਰ ਆਨੰਦ ਹੀ ਹੈ, ਉਹ ਕਦੀ ਮਿਟ ਨਹੀਂ ਸਕਦਾ। ਸੰਸਾਰੀ ਪ੍ਰਾਣੀ ਉਹ ਮਾਇਆ ਤੇ ਸੰਸਾਰ ਨਾਲ ਪ੍ਰੀਤ ਪਾ ਕਰਕੇ ਹੀ ਸੋਚਦਾ ਹੈ ਕਿ ਇਹ ਸਭ ਕੁਝ ਸੱਚਾ ਹੈ, ਇਹ ਸਭ ਕੁਝ ਮੇਰਾ ਹੈ, ਮੈਂ ਇਹਦੇ ਵਿੱਚ ਹੀ ਇਸ ਨੂੰ ਲਗਾਅ ਵਿੱਚ ਰੱਖਾਂ ਤੇ ਮੇਰੇ ਜੀਵਨ ਦਾ ਆਨੰਦ ਹੋ ਸਕਦਾ ਹੈ। ਪਰ ਗੁਰੂ ਨਾਨਕ ਦਾਤਾਰ ਪਿਤਾ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਰਾਹੀਂ ਇਹ ਕਿਰਪਾ ਕਰ ਦਿੱਤੀ ਕਿ ਬੰਦੇ ਦੇ ਮੁਰਝਾਣ ਦੇ ਨਾਲ, ਮਨੁੱਖ ਦੇ ਮਿਟ ਜਾਣ ਦੇ ਨਾਲ, ਮਨੁੱਖ ਦੇ ਮਰ ਜਾਣ ਦੇ ਨਾਲ, ਇਹਦੇ ਨਾਲ ਪਨਪੀਆਂ ਹੋਈਆਂ ਸਾਰੀਆਂ ਚੀਜ਼ਾਂ ਵੀ ਮਰ ਜਾਂਦੀਆਂ, ਪ੍ਰੀਤ ਵੀ ਮਰ ਜਾਂਦੀ ਹੈ, ਪਿਆਰ ਵੀ ਮਰ ਜਾਂਦਾ ਹੈ, ਹਉਮੈ ਵੀ ਮਰ ਜਾਂਦੀ ਹੈ, ਵੈਰ ਵਿਰੋਧ ਕਾਮ ਕ੍ਰੋਧ ਵੀ ਮਰ ਜਾਂਦਾ ਹੈ, ਕਿਉਂਕਿ ਸਭ ਕੁਝ ਇਹਦੇ ਜੀਵਨ ਨਾਲ ਹੈ। ਜਿਉਂ ਜੀਵਨ ਮਿਟਿਆ, ਇਹ ਸਾਰੀਆਂ ਚੀਜ਼ਾਂ ਇਹਦੇ ਨਾਲ ਮਿਟ ਗਈਆਂ, ਮਿਟੀਆਂ ਜ਼ਰੂਰ, ਪਰ ਉਹਨਾਂ ਦੇ ਕਾਰਨ ਉਸ ਮਾਲਕ ਪਰਮਾਤਮਾ ਦੇ ਘਰ ਇਸ ਨੂੰ ਪਤ ਨਹੀਂ ਮਿਲੀ। ਪਤ ਤਾਂ ਮਿਲਦੀ ਜੇ ਇਹ ਜਿਉਂਦੇ ਜੀ ਉਸ ਮਾਲਕ ਪਰਮਾਤਮਾ ਪਰਮੇਸ਼ਵਰ ਦੇ ਨਾਮ ਨੂੰ ਆਰਾਧ ਲੈਂਦਾ, ਧਿਆ ਲੈਂਦਾ। ਗੁਰੂ ਨਾਨਕ ਦਾਤਾਰ ਪਿਤਾ ਮਹਾਰਾਜ ਜੀ ਨੇ ਪਾਵਨ ਸ਼ਬਦ ਵਿੱਚ ਇਹੀ ਰਹਿਮਤ ਕਿਰਪਾਲਤਾ ਕੀਤੀ ਹੈ। ਮਹੱਲਾ ਪਹਿਲਾ, ਮੂਆ ਪਿਆਰ ਪ੍ਰੀਤ ਮੁਈ, ਮੂਆ ਵੈਰ ਵਾਦੀ। ਕਹਿਣ ਲੱਗੇ ਸੰਸਾਰ ਵਿੱਚ ਪ੍ਰਾਣੀ ਜਿੰਨਾ ਸਮਾਂ ਜੀਵਤ ਰਹਿੰਦਾ ਹੈ, ਇਹਦਾ ਕਿਸੇ ਨਾਲ ਪ੍ਰੇਮ ਹੈ, ਕਿਸੇ ਨਾਲ ਪਿਆਰ ਹੈ, ਕਿਸੇ ਨਾਲ ਵੈਰ ਵਿਰੋਧ ਹੈ, ਲੜਾਈ ਝਗੜਾ ਹੈ। ਇਹਦੇ ਜਿਉਂਦੇ ਜੀ ਸਾਰਾ ਕੁਝ ਰਹਿੰਦਾ ਹੈ, ਕਿਤੇ ਸਨੇਹ ਹੈ, ਕਿਤੇ ਕ੍ਰੋਧ ਹੈ, ਕਿਤੇ ਮਿਲਾਪ ਹੈ, ਕਿਤੇ ਝਗੜਾ ਹੈ। ਪਰ ਜਦੋਂ ਹੀ ਇਹ ਮਰ ਜਾਂਦਾ ਹੈ, ਸਰੀਰ ਬਿਨਸ ਜਾਂਦਾ ਹੈ, ਮੂਆ ਪਿਆਰ, ਫਿਰ ਇਹਦੇ ਨਾਲ ਜਿੰਨਿਆਂ ਨਾਲ ਇਹਨੇ ਪਿਆਰ ਪਾਇਆ ਸੀ ਉਹਨਾਂ ਨਾਲ ਪਿਆਰ ਵੀ ਮਰ ਗਿਆ, ਨਾਲ ਹੀ ਮਰ ਗਿਆ। ਪ੍ਰੀਤ ਮੁਈ, ਜਿੱਥੇ ਜਿੱਥੇ ਨੇ ਪ੍ਰੀਤ ਪਾਈ ਸੀ, ਸੰਸਾਰੀ ਪ੍ਰੀਤ ਤੇ ਪਿਆਰ ਦੀ ਗੱਲ ਹੈ, ਉਹ ਪ੍ਰੀਤ ਵੀ ਮਰ ਗਏ। ਜੋ ਕੁਝ ਇਹਨੇ ਕੀਤਾ, ਮੂਆ ਵੈਰਵਾਦੀ, ਵੈਰ ਤੇ ਵਿਰੋਧ ਵੀ ਮਰ ਗਿਆ, ਲੜਾਈ ਝਗੜੇ ਵੀ ਇਹਦੇ ਨਾਲ ਹੀ ਮਿਟ ਗਏ ਮਰਨ ਦੇ ਨਾਲ। ਜਿਹਦੇ ਨਾਲ ਬਹੁਤਾ ਜ਼ਿਆਦਾ ਮਨੁੱਖ ਦਾ ਝਗੜਾ ਪੈ ਜਾਏ ਨਾ, ਉਹ ਇੱਕ ਆਮ ਸ਼ਬਦ ਵਰਤਦਾ ਹੈ ਵੀ ਅੱਜ ਤੋਂ ਮੈਂ ਤੇਰੇ ਲਈ ਮਰ ਗਿਆ, ਤੂੰ ਮੇਰੇ ਲਈ ਮਰ ਗਿਆ। ਜਿਉਂਦੇ ਜੀ ਵੀ ਮਨੁੱਖ ਜੇ ਬਿਲਕੁਲ ਸੰਬੰਧ ਤੋੜ ਲਿਆ ਉਹਦੇ ਨਾਲ ਵੀ ਝਗੜਾ ਮਿਟ ਜਾਂਦਾ ਹੈ। ਮਰਨ ਤੋਂ ਬਾਅਦ ਵੈਰ ਤੇ ਵਿਰੋਧ, ਪ੍ਰੇਮ ਤੇ ਪਿਆਰ ਸਭ ਕੁਝ ਮਿਟ ਜਾਂਦਾ ਹੈ। ਵਨ ਗਿਆ, ਵਨ ਕਹੀਏ ਰੰਗ, ਮਨੁੱਖ ਦਾ ਰੰਗ ਵੀ ਮਿਟ ਜਾਂਦਾ ਹੈ। ਕਿਤਨਾ ਵੀ ਸੁੰਦਰ ਇਨਸਾਨ ਦੀ ਕਾਇਆ ਹੋਵੇ, ਜਦੋਂ ਮਰ ਜਾਂਦਾ ਹੈ, ਮੁਰਦਾ ਹੋ ਜਾਂਦਾ ਹੈ, ਤੇ ਉਹਦੀ ਕਾਇਆ ਸਾਰੀ ਹੀ
ਸਰੂਪ ਤੋਂ ਕਰੂਪ ਹੋਣੀ ਸ਼ੁਰੂ ਹੋ ਜਾਂਦੀ ਹੈ, ਉਹਦਾ ਰੰਗ ਪਰਤਣਾ ਸ਼ੁਰੂ ਹੋ ਜਾਂਦਾ ਹੈ। ਜਿਤਨਾ ਮਰਜ਼ੀ ਸੁੰਦਰ ਹੋਵੇ। ਅਸੀਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਬਚਨ ਪੜ੍ਹਦੇ ਹਾਂ ਭਾਦੋ ਮਹੀਨੇ ਰਾਹੀਂ, ਜਦੋਂ ਸਤਿਗੁਰੂ ਜੀ ਸਾਨੂੰ ਉਪਦੇਸ਼ ਕਰਦੇ ਨੇ, ਉੱਥੇ ਬੜੇ ਪਿਆਰੇ ਗੁਰਦੇਵ ਜੀ ਨੇ ਬਚਨ ਕੀਤੇ, ਲੱਖ ਸਿਗਾਰ ਬਣਾਇਆ, ਕਿ ਮਨੁੱਖ ਆਪਣੀ ਕਾਇਆ ਨੂੰ ਸਵਾਰਨ ਦੇ ਲਈ ਲੱਖਾਂ ਸ਼ਿੰਗਾਰ ਕਰਦਾ, ਕਈ ਤਰ੍ਹਾਂ ਦੇ ਸ਼ਿੰਗਾਰ ਕਰਦਾ, ਪਰ ਜਦੋਂ ਇਹ ਮਿਟ ਜਾਂਦੀ ਹੈ, ਮੁੱਕ ਜਾਂਦੀ, ਕਾਰਜ ਨਾ ਹੀ ਕੇਤ, ਕੋਈ ਵੀ ਸ਼ਿੰਗਾਰ ਕੰਮ ਨਹੀਂ ਆਉਂਦਾ। ਮੁਰਦੇ ਨੂੰ ਕੀਤਾ ਹੋਇਆ ਸ਼ਿੰਗਾਰ, ਜੀਵਤ ਪ੍ਰਾਣੀ ਸ਼ਿੰਗਾਰ ਕਰੇ, ਸੁੰਦਰਤਾ ਦੇ ਕਈ ਸਾਧਨ ਅਪਣਾਏ, ਤੇ ਅਸੀਂ ਉਸ ਨੂੰ ਚੰਗਾ ਸਮਝਦੇ ਹਾਂ। ਉਹਦੀ ਸੁੰਦਰਤਾ ਹੋਰ ਸੁੰਦਰ ਹੋ ਜਾਂਦਾ ਹੈ ਉਹ ਇਨਸਾਨ ਜਦੋਂ ਕੋਈ ਸ਼ਿੰਗਾਰ ਆਪਣੇ ਜੀਵਨ ਵਿੱਚ ਧਾਰਨ ਕਰਦਾ। ਪਰ ਜੇ ਕੋਈ ਕਹੇ ਵੀ ਮੈਂ ਮੁਰਦੇ ਨੂੰ ਸ਼ਿੰਗਾਰ ਦਿਆਂ, ਤੇ ਮੁਰਦਾ ਸ਼ਿੰਗਾਰਨ ਦੇ ਨਾਲ ਕੋਈ ਇਹ ਨਹੀਂ ਕਹਿ ਸਕਦਾ ਵੀ ਮੁਰਦਾ ਸੋਹਣਾ ਹੋ ਗਿਆ, ਮੁਰਦਾ ਚੰਗਾ ਹੋ ਗਿਆ। ਗੁਰਦੇਵ ਜੀ ਕਹਿਣ ਲੱਗੇ, ਕਾਇਆ ਐਸੀ ਹੈ ਜਿਤਨਾ ਮਰਜੀ ਇਹਨੂੰ ਸ਼ਿੰਗਾਰ, ਪਰ ਅਖੀਰ ਇਹ ਮੁਰਦਾ ਹੈ, ਇਹ ਤੇਰੇ ਸ਼ਿੰਗਾਰ ਕਾਰਜ ਨਹੀਂ ਆ ਸਕਦੇ, ਰਾਸ ਨਹੀਂ ਆ ਸਕਦੇ। ਛੱਡ ਖੜੋਤੇ ਖਿਨੈ ਮਾਹੇ, ਜਿਨ ਸਿਉ ਲੱਗਾ ਹੇਤ, ਮੂਆ ਪਿਆਰ ਪ੍ਰੀਤ ਮੂਈ। ਜਿਨ੍ਹਾਂ ਨਾਲ ਹੇਤ ਕੀਤਾ ਸੀ, ਜਿਨ੍ਹਾਂ ਨਾਲ ਪਿਆਰ ਕੀਤਾ ਸੀ, ਉਹ ਛੱਡ ਖੜੋਤੇ ਖਿਨੈ ਮਾਹੇ, ਇੱਕ ਖਿਣ ਵਿੱਚ ਤੈਨੂੰ ਛੱਡ ਗਏ। ਜਦੋਂ ਤੇਰੇ ਅੰਦਰੋਂ ਚੇਤਨਤਾ ਉੱਡ ਗਈ, ਜਦੋਂ ਤੂੰ ਮਰ ਗਿਆ, ਇਹ ਸਾਰੇ ਤੈਨੂੰ ਛੱਡ ਕੇ ਚਲੇ ਜਾਂਦੇ ਨੇ। ਕੇਵਲ ਛੱਡਦੇ ਹੀ ਨਹੀਂ, ਜਿਤਨਾ ਮਰਜੀ ਪਿਆਰ ਤੇ ਪ੍ਰੀਤ ਹੋਵੇ, ਜਿਤਨਾ ਮਰਜੀ ਚੰਗਾ ਇਨਸਾਨ ਹੋਵੇ, ਪਰ ਜਦੋਂ ਮਰ ਜਾਂਦਾ ਕੈਸਨ ਪ੍ਰੇਤ, ਫਿਰ ਉਹਨੂੰ ਪ੍ਰੇਤ ਕਹਿਣ ਲੱਗਿਆ ਵੀ ਦੇਰ ਨਹੀਂ ਲਾਉਂਦੇ, ਉਹਨੂੰ ਭੂਤ ਪ੍ਰੇਤ ਕਹਿਣ ਲੱਗਿਆ ਵੀ ਦੇਰ ਨਹੀਂ ਲਾਉਂਦੇ। ਕਿਉਂਕਿ ਸੰਸਾਰ ਦਾ ਦਸਤੂਰ ਹੈ, ਇਹ ਜਿਉਂਦਿਆਂ ਦੇ ਨਾਲ ਤੁਰਦਾ ਹੈ, ਮੋਇਆਂ ਦੀ ਬਾਂਹ ਨਹੀਂ ਪਕੜਦਾ, ਮੋਇਆਂ ਦੀ ਬਾਂਹ ਕੇਵਲ ਗੁਰੂ ਹੀ ਪਕੜਦਾ। ਕਿਉਂਕਿ ਗੁਰੂ ਐਸਾ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਕਿਰਪਾ ਕੀਤੀ ਹੈ ਕਿ ਗੁਰੂ ਫੜਦਾ ਹੀ ਉਦੋਂ ਹੈ ਮਨੁੱਖ ਦੀ ਬਾਂਹ ਜਦੋਂ ਮਨੁੱਖ ਮਰ ਜਾਂਦਾ ਹੈ। ਇਹ ਵੱਖਰੀ ਗੱਲ ਹੈ ਕਿ ਸਰੀਰ ਮਰ ਜਾਂਦਾ ਹੈ, ਮਨੁੱਖ ਦੇ ਅੰਦਰ ਦੀ ਹਉਮੈ ਨਹੀਂ ਮਰਦੀ। ਜੇ ਕਿਤੇ ਜਿਉਂਦਿਆਂ ਜੀ ਇਹ ਆਪਾਂ ਮਾਰ ਲਏ, ਤੇ ਗੁਰੂ ਇਸ ਨੂੰ ਆਪਣੇ ਘਰ ਵਿੱਚ ਥਾਂ ਦੇ ਦਿੰਦਾ ਹੈ। ਕਿਉਂਕਿ ਗੁਰੂ ਵੀ ਕਬਰ ਦੀ ਤਰ੍ਹਾਂ, ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ। ਗੁਰੂ ਦੇ ਅੰਦਰ ਉਦੋਂ ਹੀ ਸਮਾ ਸਕਦਾ ਹੈ ਮੁਰੀਦ ਤੋਂ ਭਾਵ ਸੇਵਕ, ਜਦੋਂ ਆਪਣਾ ਆਪਾ ਮਾਰ ਲੈਂਦਾ ਹੈ, ਜਦੋਂ ਆਪਣੇ ਆਪ ਨੂੰ ਤਿਆਗ ਦਿੰਦਾ ਹੈ, ਉਦੋਂ ਗੁਰੂ ਚਰਨਾਂ ਵਿੱਚ ਥਾਂ ਮਿਲ ਜਾਂਦੀ ਹੈ। ਸੰਸਾਰ ਜਿਉਂਦਿਆਂ ਦੇ ਨਾਲ ਚੱਲਦਾ ਹੈ, ਮਰੇ ਨੂੰ ਕੋਈ ਥਾਂ ਨਹੀਂ ਦਿੰਦਾ, ਮਰੇ ਨੂੰ ਕੋਈ ਨਹੀਂ ਰੱਖਦਾ। ਸਾਰੇ ਕਾਢੋ ਕਾਢੋ ਹੋਈ ਵਾਲੀ ਰੱਟ ਲਾ ਲੈਂਦੇ ਨੇ। ਪਰ ਗੁਰਦੇਵ ਜੀ ਨੇ ਕਿਹਾ, ਤੂੰ ਇਹਨਾਂ ਨਾਲ ਪ੍ਰੇਮ ਪਾਇਆ, ਇਹਨਾਂ ਨਾਲ ਪ੍ਰੀਤ ਪਾਈ, ਤੇਰੇ ਮਰਨ ਦੇ ਨਾਲ ਪ੍ਰੀਤ ਮੁੱਕ ਗਈ, ਤੇਰੇ ਮਰਨ ਨਾਲ ਪਿਆਰ ਮੁੱਕ ਗਿਆ। ਘਰ ਕੀ ਨਾਰ ਬਹੁਤ ਹਿਤ ਜਾਂਸਿਓ, ਸਦਾ ਰਹਿਤ ਸੰਗ ਲਾਗੀ। ਕਹਿਣ ਲੱਗੇ ਭਾਈ ਸਾਹਿਬ ਭਾਈ ਭਗਤ ਰਵਿਦਾਸ ਜੀ ਦਾ ਪਾਵਨ ਬਚਨ ਹੈ ਕਿ ਸਭ ਤੋਂ ਜ਼ਿਆਦਾ ਪ੍ਰੇਮ ਤੇ ਪਿਆਰ ਦੰਪਤ ਦਾ ਹੈ। ਪਰ ਜਦੋਂ ਪ੍ਰਾਣੀ ਚਲਾ ਗਿਆ, ਮਰ ਗਿਆ, ਜਿਹਦੇ ਨਾਲ ਪ੍ਰੇਮ ਸੀ ਪਿਆਰ ਸੀ, ਉਹੀ ਡਰ ਭੈ ਖਾਂਦੀ ਹੈ, ਤੇ ਉਹੀ ਇਹ ਕਹਿੰਦੀ ਹੈ ਪ੍ਰੇਤ ਪ੍ਰੇਤ ਕਰ ਭਾਗੀ। ਉਹ ਪ੍ਰੇਤ ਪ੍ਰੇਤ ਪੁਕਾਰਨ ਲੱਗ ਜਾਂਦੀ ਹੈ, ਕਿਉਂਕਿ ਤੇਰੇ ਜਿਉਂਦਿਆਂ ਜੀ ਪਿਆਰ ਹੈ, ਜਿਉਂਦਿਆਂ ਜੀ ਪ੍ਰੀਤ ਹੈ। ਮੂਆ ਪਿਆਰ ਪ੍ਰੀਤ ਮੂਈ, ਮੂਆ ਵੈਰਵਾਦੀ। ਜਦੋਂ ਤੂੰ ਮਰ ਗਿਆ, ਤੇਰੇ ਨਾਲ ਹੀ ਤੇਰਾ ਪਿਆਰ ਸੰਸਾਰ ਨਾਲ ਮੁੱਕ ਗਿਆ, ਤੇਰੀ ਪ੍ਰੀਤ ਸੰਸਾਰ ਨਾਲ ਮੁੱਕ ਗਈ, ਤੇਰੇ ਵੈਰ ਵਿਰੋਧ ਝਗੜੇ ਸੰਸਾਰ ਨਾਲ ਮੁੱਕ ਗਏ। ਵੰਨ ਗਿਆ, ਤੇਰਾ ਰੂਪ ਮੁੱਕ ਗਿਆ, ਰੂਪ ਵਿਨਸਿਆ, ਰੰਗ ਬਦਲ ਗਿਆ ਤੇ ਰੂਪ ਵੀ ਵਿਨਸ ਗਿਆ। ਸੁੰਦਰ ਤੋਂ ਸੁੰਦਰ ਵੀ ਪ੍ਰਾਣੀ ਜਦੋਂ ਮਰ ਜਾਂਦਾ ਹੈ, ਕੁਝ ਘੰਟੇ ਉਹਦੀ ਕਾਇਆ ਪਈ ਰਹੇ, ਉਹਦਾ ਰੰਗ ਕਾਲਾ ਹੋ ਜਾਂਦਾ ਹੈ, ਉਹਦੇ ਅੰਦਰੋਂ ਬਦਬੂ ਆਉਣ ਲੱਗ ਜਾਂਦੀ ਹੈ, ਤੇ ਉਹਦਾ ਰੂਪ ਜਿਹੜਾ ਸੁੰਦਰ ਹੋਵੇ ਤੇ ਉਹ ਵੀ ਡਰਾਵਣਾ ਤੇ ਕਰੂਪ ਬਣ ਜਾਂਦਾ ਹੈ। ਦੁਖੀ ਦੇਹ ਰੁਲੀ, ਤੇ ਦੁੱਖ ਦੇ ਕਾਰਨ ਫਿਰ ਦੇਹ ਰੁਲਦੀ ਹੈ। ਜੇ ਮਾਲਕ ਪਰਮਾਤਮਾ ਪਰਮੇਸ਼ਵਰ ਦੀ ਯਾਦ ਨਹੀਂ, ਪਰਮਾਤਮਾ ਦਾ ਨਾਮ ਨਹੀਂ, ਸੰਸਾਰ ਦੀ ਪ੍ਰੀਤ, ਸੰਸਾਰ ਦਾ ਪਿਆਰ ਤੇ ਸੰਸਾਰ ਵਿੱਚ ਹੀ ਰਹਿ ਗਿਆ, ਅੱਗੇ ਕਾਇਆ ਨਾਲ ਕੁਝ ਚੱਲਿਆ ਨਹੀਂ, ਤੇ ਉਹ ਇਕੱਲੀ ਕਾਇਆ ਰੁਲਦੀ ਹੈ, ਦੁੱਖ ਪ੍ਰਾਪਤ ਕਰਦੀ ਹੈ। ਕਿੱਥੋਂ ਆਇਆ ਕਹਿ ਗਿਆ, ਕਹਿਓ ਨਾ ਸੀਓ ਕਹਿ ਸੀ। ਫਿਰ ਲੋਕ ਗੱਲਾਂ ਕਰਦੇ ਨੇ, ਪ੍ਰੀਤ ਮਰ ਗਈ, ਪਿਆਰ ਮਰ ਗਿਆ, ਕਾਇਆ ਪਈ ਆ ਮੁਰਦਾ। ਲੋਕ ਚੌਗਿਰਦੇ ਬੈਠੇ ਨੇ, ਇਸ ਗੱਲ ਦੀ ਉਡੀਕ ਕਰਦੇ ਨੇ ਵੀ ਕਦੋਂ ਇਸ ਨੂੰ ਫੂਕਿਆ ਜਾਏ, ਕਦੋਂ ਇਸ ਨੂੰ ਦਫਨਾਇਆ ਜਾਏ, ਸਾੜਿਆ ਜਾਏ। ਤੇ ਜਿੰਨਾ ਚਿਰ ਸਾਰੇ ਰਿਸ਼ਤੇਦਾਰ ਇਕੱਠੇ ਹੁੰਦੇ ਨੇ, ਜਿਤਨੇ ਕੋਈ ਇਕੱਠੇ ਹੋ ਕੇ ਬੈਠੇ ਹੁੰਦੇ ਨੇ, ਸਮਾਂ ਟਪਾਉਣ ਲਈ ਉਹ ਗੱਲਾਂ ਕਰਦੇ ਨੇ, ਸਿਰਫ ਗੱਲਾਂ ਕਰਦੇ ਨੇ। ਇਸ ਗੱਲ ਦਾ ਉਹਨਾਂ ਨੂੰ ਅੰਦਾਜ਼ਾ ਨਹੀਂ, ਗਿਆਨ ਨਹੀਂ ਹੁੰਦਾ ਕਿ ਇਹ ਕਿੱਥੋਂ ਆਇਆ ਸੀ, ਮਨੁੱਖ ਕਿੱਥੋਂ ਆਉਂਦਾ ਹੈ। ਜਦੋਂ ਕਿਸੇ ਮੁਰਦੇ ਦੇ ਕੋਲ ਅਸੀਂ ਬੈਠਦੇ ਹਾਂ,
ਜਾਂ ਕਿਤੇ ਅਸੀਂ ਐਸੀ ਥਾਂ 'ਤੇ ਜਾਂਦੇ, ਐਸੇ ਵਾਤਾਵਰਨ ਜਿੱਥੇ ਕੋਈ ਪ੍ਰਾਣੀ ਚੜ੍ਹਾਈ ਕੀਤਾ ਹੋਵੇ, ਕਿਤੇ ਅਸੀਂ ਮਰਗ ਹੋਈ ਹੋਵੇ, ਉੱਥੇ ਬੰਦਾ ਬੜੀਆਂ ਗਿਆਨ ਦੀਆਂ ਗੱਲਾਂ ਕਰਦਾ ਹੈ। ਕੀ ਹੈ ਜੀ ਇਨਸਾਨ ਦਾ? ਕੁਝ ਦਿਨਾਂ ਦੀ ਖੇਡ ਹੈ, ਕੁਝ ਦਿਨਾਂ ਦਾ ਮੌਜ ਮੇਲਾ ਹੈ ਜੀ, ਕੀ ਲੈ ਜਾਣਾ ਕਿਸੇ ਨੇ, ਬੜੀਆਂ ਗਿਆਨ ਦੀਆਂ ਗੱਲਾਂ ਕਰਦਾ ਹੈ। ਪਰ ਉਹਨਾਂ ਸਮਾਂ, ਜਿੰਨਾ ਸਮਾਂ ਉਸ ਮਾਹੌਲ ਵਿੱਚ ਬੈਠਾ ਹੈ, ਜਿੰਨਾ ਸਮਾਂ ਉਸ ਵਾਤਾਵਰਨ 'ਚ ਬੈਠਾ ਹੈ, ਸਿਰਫ ਗੱਲਾਂ ਨੇ, ਉਸ ਗੱਲ ਨੂੰ ਆਪਣੇ ਜ਼ਿਹਨ ਵਿੱਚ ਨਹੀਂ ਉਤਾਰਦਾ। ਤੇ ਗੁਰਦੇਵ ਨੇ ਕਿਰਪਾ ਕੀਤੀ ਕਿ ਗੱਲਾਂ ਕਰਦਾ ਮੁਰਦੇ ਕੋਲ ਬੈਠ ਕੇ, ਦੇਖੋ ਜੀ ਵਿਚਾਰਾ ਕੀ ਲੈ ਗਿਆ, ਕਿੱਥੋਂ ਆਇਆ ਸੀ, ਕਿੱਥੇ ਚਲਾ ਗਿਆ, ਕਿਸੇ ਨੂੰ ਇਸ ਬਾਰੇ ਸੋਝੀ ਨਹੀਂ। ਤੇ ਗੁਰਦੇਵ ਜੀ ਆਖਦੇ ਨੇ, ਕਿਹੋ ਨਾ ਸੀਓ, ਕਿਹੋ ਸੀ, ਇਹ ਹੈ ਵੀ ਸੀ ਕਿ ਨਹੀਂ ਸੀ। ਭਾਵ ਪ੍ਰਾਣੀ ਦੇ ਬਾਬਤ ਇਹ ਵਿਚਾਰਧਾਰਾ ਨੇ, ਸੰਸਾਰ ਵਿੱਚ ਆਏ ਹੋਏ ਦੇ ਹਰੇਕ ਦੇ ਬਾਬਤ ਇਹ ਵਿਚਾਰਧਾਰਾ ਨੇ ਵੀ ਕੋਈ ਕਿੱਥੋਂ ਆਉਂਦਾ, ਕਿੱਥੇ ਚਲਾ ਜਾਂਦਾ। ਉਪਜੈ ਨਿਪਜੈ ਨਿਪਜ ਸਮਾਈ, ਨੈਣ ਦੇਖਤ ਇਹੋ ਜਗ ਜਾਈ। ਕਹਿਣ ਲੱਗੇ ਸੰਸਾਰ ਜਾਂਦਾ ਦੇਖੀਦਾ ਇਹਨਾਂ ਨੈਣਾਂ ਨਾਲ, ਇਹਨਾਂ ਨੇਤਰਾਂ ਨਾਲ, ਪਰ ਫਿਰ ਵੀ ਮਨੁੱਖ ਇਹ ਆਪਣੀ ਮੇਰੀ ਨਹੀਂ ਛੱਡਦਾ। ਬੈਠੇ ਹੋਏ ਗੱਲਾਂ ਜ਼ਰੂਰ ਕਰਦੇ ਨੇ ਜੀ, ਕੀ ਲੈ ਗਿਆ ਕੋਈ, ਕੀ ਲੈ ਕੇ ਚਲੇ ਜਾਣਾ ਹੈ। ਪਰ ਭਾਈ ਸਾਹਿਬ ਭਗਤ ਕਬੀਰ ਜੀ ਆਖਦੇ ਨੇ, ਲਾਜ਼ ਨਾ ਮਰੋ ਕਹੋ ਘਰ ਮੇਰਾ। ਕਹਿਣ ਲੱਗੇ ਫਿਰ ਵੀ ਸ਼ਰਮ ਨਹੀਂ ਆਉਂਦੀ। ਬੰਦਾ ਬੰਦੇ ਨੂੰ ਜਾਂਦਾ ਦੇਖਦਾ ਹੈ, ਸਭ ਕੁਝ ਛੱਡ ਕੇ ਨਿਹੱਥਾ ਜਾਂਦਾ ਦੇਖਦਾ ਹੈ, ਫਿਰ ਵੀ ਉਹਨੂੰ ਸ਼ਰਮ ਨਹੀਂ ਆਉਂਦੀ, ਲੱਜ ਨਹੀਂ ਆਉਂਦੀ। ਇਹ ਕਹਿੰਦੇ ਆ ਵੀ ਸਭ ਕੁਝ ਮੇਰਾ ਹੈ, ਸਭ ਕੁਝ ਮੇਰਾ ਹੈ, ਮੇਰੀ ਕਹਿਣ ਵਾਲੇ ਦੀਆਂ ਅੱਖਾਂ ਸਾਹਮਣੇ ਚਲੇ ਜਾਂਦੇ ਨੇ ਪਰਾਏ ਹੋ ਕੇ। ਪਰ ਭਾਈ ਭਗਤ ਜੀ ਕਹਿਣ ਲੱਗੇ ਫਿਰ ਵੀ ਇਸ ਗੱਲ ਦੀ ਹਯਾ ਨਹੀਂ ਕਰਦਾ। ਲਾਜ਼ ਨਾ ਕਹੋ ਕਤ ਮੇਰਾ, ਲਾਜ਼ ਨਾ ਮਰੋ ਕਹੋ ਘਰ ਮੇਰਾ। ਕਹਿਣ ਲੱਗੇ ਫਿਰ ਵੀ ਤੂੰ ਮੇਰੀ ਕਰਦਾ, ਫਿਰ ਵੀ ਆਪਣੀ ਹਰ ਇੱਕ ਵਸਤੂ ਪਦਾਰਥ ਨੂੰ ਆਪਣਾ ਸਮਝਦਾ ਹੈ। ਪਰ ਇਹ ਨਹੀਂ ਜਾਣਦਾ, ਅਨਿਕ ਯਤਨ ਕਰ ਕਾਇਆ ਪਾਲੀ, ਮਰਤੀ ਬਾਰ ਅਗਨ ਸੰਗ ਜਾਲੀ। ਚੋਆ ਚੰਦਨ ਮਰਦੰਗ ਅੰਗਾ, ਸੋ ਤਨ ਜਲੈ ਕਾਠ ਕੈ ਸੰਗਾ। ਕਹਿ ਕਬੀਰ ਸੁਨੋ ਰੇ ਗੁਣੀਆਂ, ਬਿਨਸੈ ਗੋ ਰੂਪ ਦੇਖੈ ਸਭ ਦੁਨੀਆ। ਗੁਣੀਆਂ ਕਹੀਏ ਸੂਝਵਾਨੋ, ਉਹ ਸਿਆਣਿਓ, ਮੈਂ ਤੁਹਾਨੂੰ ਇੱਕ ਗੱਲ ਕਹਿ ਦਿਆਂ, ਕਹਿ ਕਬੀਰ ਸੁਨੋ ਰੇ ਗੁਣੀਆਂ। ਜੇ ਥੋੜ੍ਹੀ ਬਹੁਤੀ ਸਮਝ ਰੱਖਦੇ ਹੋ ਤੇ ਇਹ ਗੱਲ ਆਪਣੇ ਜ਼ਿਹਨ ਵਿੱਚ ਬਿਠਾ ਲਓ। ਬਿਨਸੈ ਗੋ ਰੂਪ, ਵਨ ਗਿਆ ਰੂਪ ਵਿਣਸਿਆ। ਇਹ ਰੂਪ ਵਿਣਸ ਜਾਣਾ ਹੈ, ਇਸ ਨੇ ਖਤਮ ਹੋ ਜਾਣਾ ਹੈ। ਦੇਖਿਆ ਸਭ ਦੁਨੀਆ, ਸਾਰੀ ਦੁਨੀਆ ਦੇਖਦੀ ਹੈ, ਪਰ ਉਸ ਨੂੰ ਦੇਖਦੀ ਹੈ, ਉਹਦੀ ਵਿਚਾਰ ਨਹੀਂ ਕਰਦੇ, ਉਸ ਨੂੰ ਆਪਣੇ ਜ਼ਿਹਨ ਵਿੱਚ ਉਤਾਰਦੇ ਨੇ, ਗੱਲਾਂ ਕਰਦੇ ਆ। ਮਨ ਮੁਖ ਗੱਲਾਂ ਗੋਈਆਂ, ਆਪਣੇ ਮਨ ਵਿੱਚ, ਆਪਣੀ ਜ਼ੁਬਾਨ 'ਤੇ ਲੋਕ ਕੀ ਗੱਲਾਂ ਕਰਦੇ ਨੇ, ਇਹ ਵਿਚਾਰਾਂ ਕਰਦੇ ਨੇ। ਕੀਤਾ ਚਾਉ ਰਲੀ, ਵੀ ਇਨਸਾਨ ਆਇਆ ਸੀ, ਕੁਝ ਸਮਾਂ ਸੰਸਾਰ ਦੇ ਮੌਜ ਮੇਲੇ ਕੀਤੇ, ਚਾਅ ਨਾਲ ਆਪਣਾ ਜੀਵਨ ਬਤੀਤ ਕੀਤਾ, ਹੁਣ ਵਿਚਾਰਾ ਚਲਾ ਗਿਆ। ਮਨ ਮੁਖ ਗੱਲਾਂ ਗੋਈਆਂ, ਲੋਕ ਬੈਠੇ ਹੋਏ ਉਸ ਸੱਥਰ 'ਤੇ ਇਹੀ ਗੱਲਾਂ ਕਰਦੇ ਨੇ, ਇਹ ਜੀਵ ਆਇਆ, ਇਹਨੇ ਆਪਣਾ ਜੀਵਨ ਹੰਢਾਇਆ, ਖਾ ਪੀ ਕੇ ਚਲਾ ਗਿਆ। ਵੈਸੇ ਇਹ ਗੱਲਾਂ ਇਨਸਾਨ ਕਰਦੇ ਨੇ, ਇਹ ਨਹੀਂ ਜਾਣਦੇ ਨਾਨਕ ਸੱਚੇ ਨਾਮ ਬਿਨ ਸਿਰ ਖੁਰ ਪਤ ਪਾਟੀ। ਕਿ ਜੇ ਇਨਸਾਨ ਕੋਲ ਪਰਮਾਤਮਾ ਪਰਮੇਸ਼ਵਰ ਦਾ ਨਾਮ ਨਹੀਂ, ਸੰਸਾਰ ਦਾ ਪ੍ਰੇਮ, ਸੰਸਾਰ ਦੀ ਪ੍ਰੀਤ, ਸੰਸਾਰ ਦਾ ਵੈਰ ਵਿਰੋਧ ਇੱਥੇ ਹੀ ਰਹਿ ਗਿਆ, ਪਰ ਪਰਮਾਤਮਾ ਦਾ ਨਾਮ ਪੱਲੇ ਬੰਨ੍ਹ ਕੇ ਨਹੀਂ ਲੱਗਿਆ। ਪਰਮਾਤਮਾ ਦੇ ਨਾਮ ਤੋਂ ਬਿਨ ਪਰਮਾਤਮਾ ਦੇ ਨਾਮ ਤੋਂ ਬਿਨਾਂ ਸਿਰ ਖੁਰ ਪਤ ਪਾਟੀ। ਸਿਰ ਕਹੀਏ ਸਿਰ, ਖੁਰ ਕਹੀਏ ਪੈਰ। ਇਹ ਸਿਰ ਤੋਂ ਲੈ ਕੇ ਪੈਰਾਂ ਤੱਕ ਇਹਦੀ ਪੱਤ ਲੀਰੋ ਲੀਰ ਹੋ ਜਾਂਦੀ ਹੈ ਦਰਗਾਹ ਦੇ ਵਿੱਚ, ਜੇ ਇਹਦੇ ਕੋਲ ਪਰਮਾਤਮਾ ਪਰਮੇਸ਼ਵਰ ਦਾ ਨਾਮ ਨਹੀਂ। ਸੰਸਾਰ ਵਿੱਚ ਬੜਾ ਪ੍ਰੇਮ ਸੀ ਇਹਦਾ, ਸੰਸਾਰ ਵਿੱਚ ਬੜਾ ਧਨਾੜ ਸੀ ਇਨਸਾਨ, ਸੰਸਾਰ ਦਾ ਰਾਜਾ ਸੀ। ਪਰ ਗੁਰਦੇਵ ਨੇ ਕਿਹਾ ਜੇ ਮਾਲਕ ਦਾ ਨਾਮ ਨਹੀਂ ਤੇ ਸਿਰ ਤੋਂ ਲੈ ਕੇ ਪੈਰਾਂ ਤੱਕ ਪਰਮਾਤਮਾ ਦੇ ਘਰ ਵਿੱਚ ਇਹਦੀ ਇੱਜ਼ਤ ਲੀਰੋ ਲੀਰ ਹੁੰਦੀ ਹੈ, ਇਹਦੀ ਆਬਰੂ ਰੁਲ ਜਾਂਦੀ ਹੈ, ਉੱਥੇ ਕੋਈ ਅਦਬ ਨਹੀਂ ਮਿਲਦਾ। ਦੁਨੀਆ ਦਾ ਭਾਵੇਂ ਬਾਦਸ਼ਾਹ ਵੀ ਕਿਉਂ ਨਾ ਹੋਵੇ, ਪਰ ਜੇ ਪਰਮਾਤਮਾ ਦਾ ਨਾਮ ਨਹੀਂ। ਤੇ ਗੁਰਦੇਵ ਪਿਤਾ ਮਹਾਰਾਜ ਜੀ ਨੇ ਪਾਵਨ ਬਾਣੀ ਵਿੱਚ ਇਹ ਬਚਨ ਕੀਤੇ ਨੇ ਕਿ ਨਵ ਖੰਡਨ ਕੋ ਰਾਜ ਕਮਾਵੈ, ਬਿਨ ਸਿਮਰਨ ਜੋ ਜੀਵਨ ਬਲਨਾ। ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੈ, ਅੰਤ ਚਲੈ ਗੋਹਾਰੀ। ਅੰਤ ਹਾਰ ਜਾਂਦਾ। ਮਾਲਕ ਦੇ ਘਰ ਵਿੱਚ ਪੱਤ ਸਤਿਕਾਰ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਦੇ ਹਿੱਸੇ ਵਿੱਚ ਜਿਉਂਦੇ ਜੀ ਪਰਮਾਤਮਾ ਦੇ ਪ੍ਰਤੀ ਪ੍ਰੇਮ ਹੈ, ਪਰਮਾਤਮਾ ਨਾਲ ਪ੍ਰੇਮ ਹੈ, ਪਰਮਾਤਮਾ ਨਾਲ ਪ੍ਰੀਤ ਹੈ, ਪਰਮਾਤਮਾ ਨਾਲ ਲਗਾਵ ਹੈ। ਉਹ ਮਰਨ ਦੇ ਨਾਲ ਨਹੀਂ ਮਿਟਦਾ, ਉਹ ਸਦੀਵ ਕਾਲ ਨਾਲ ਰਹਿੰਦਾ ਹੈ। ਸੰਸਾਰੀ ਲੋਭ, ਸੰਸਾਰੀ ਲਗਾਵ ਇਹ ਮਨੁੱਖ ਦੇ ਮਰਨ ਨਾਲ ਹੀ ਮਿਟ ਜਾਂਦਾ ਹੈ। ਤੇ ਉਹਦੇ ਕਰਕੇ ਇਸ ਨੂੰ ਰੱਬ ਦੇ ਘਰ ਵਿੱਚ ਇੱਜ਼ਤ ਨਹੀਂ ਮਿਲਦੀ। ਜਿਨ੍ਹਾਂ ਕੋਲ ਪਰਮਾਤਮਾ ਦਾ ਨਾਮ ਹੈ
ਉਹ ਪਰਮਾਤਮਾ ਦੇ ਨਾਮ ਦੀ ਬਦੌਲਤ ਲੋਕ ਅਤੇ ਪਰਲੋਕ ਵਿੱਚ ਸਦਾ ਸੁਹੇਲੇ ਰਹਿੰਦੇ ਨੇ। ਆਗਿਆ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ, ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤਹੂ ਨਾਹੀ, ਸਾਚੇ ਸਾਹਿਬ ਸਿਉ ਮਨ ਮਾਨਿਆ, ਹਰ ਸਰਬ ਨਿਰੰਤਰ ਜਾਣਿਆ। ਉਹ ਸਾਰੇ ਪਾਸੇ ਰੱਬ ਦੇਖਦੇ ਨੇ, ਉਹਨਾਂ ਨੂੰ ਹਰ ਪਾਸੇ ਹੀ ਸੁੱਖ ਮਿਲਦਾ ਹੈ, ਕਿਉਂਕਿ ਉਹਨਾਂ ਨੇ ਪਰਮਾਤਮਾ ਦੇ ਨਾਮ ਨੂੰ ਧਿਆਇਆ। ਤਿੰਨ ਮੁਖ ਟਿੱਕੇ ਨਿਕਲੈ, ਜਿਨ ਮਨ ਸੱਚਾ ਨਾਉ। ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਹੈ, ਜਿਨ੍ਹਾਂ ਦੇ ਮੁਖ ਵਿੱਚ ਪਰਮਾਤਮਾ ਦਾ ਨਾਮ ਹੈ, ਉਸ ਦਾ ਪ੍ਰਭੂ ਕਿਰਪਾ ਦੇ ਸਦਕਾ ਪਰਮਾਤਮਾ ਦੀ ਦਰਗਾਹ ਵਿੱਚ ਇੱਜ਼ਤ ਆਬਰੂ ਦੇ ਨਾਲ ਰਹਿੰਦੇ। ਪਰ ਜਿਨ੍ਹਾਂ ਕੋਲ ਸੰਸਾਰੀ ਹੀ ਪ੍ਰੀਤਾਂ ਨੇ, ਸੰਸਾਰੀ ਪਿਆਰ ਹੈ, ਨਾਨਕ ਸੱਚੇ ਨਾਮ ਬਿਨ ਸਿਰ ਖੁਰ ਪਤ ਪਾਟੀ। ਨਾਮ ਤੋਂ ਬਿਨਾਂ ਮਨੁੱਖ ਜੀਵਨ ਹਾਰ ਜਾਂਦਾ ਹੈ, ਨਾਮ ਤੋਂ ਬਿਨਾਂ ਉਹਦੀ ਪਤ ਇੱਜ਼ਤ ਰੁਲਦੀ ਹੈ। ਗੁਰੂ ਨਾਨਕ ਦਾਤਾਰ ਪਿਤਾ ਜੀ ਨੇ ਅੱਜ ਇਸ ਪਾਵਨ ਸ਼ਬਦ ਵਿੱਚ ਇਹੀ ਰਹਿਮਤ ਕਿਰਪਾਲਤਾ ਕੀਤੀ ਕਿ ਉਹ ਮਾਲਕ ਪਰਮਾਤਮਾ ਦਾ ਨਾਮ ਹੀ ਸਦਾ ਸਹਾਈ ਹੈ। ਉਹਦੇ ਨਾਲ ਕੀਤਾ ਹੋਇਆ ਪ੍ਰੇਮ, ਉਹਦੇ ਨਾਲ ਪਾਈ ਹੋਈ ਪ੍ਰੀਤ ਹੀ ਸੱਚੀ ਹੈ। ਦੁਨੀਆ ਦੀਆਂ ਪ੍ਰੀਤਾਂ, ਦੁਨੀਆ ਦੇ ਪਿਆਰ ਸਭ ਹੋਚੇ ਤੇ ਛਿਨ ਭਾਂਗਰ ਵਾਸਤੇ ਨੇ। ਇਸ ਕਰਕੇ ਉਸ ਮਾਲਕ ਦੇ ਨਾਲ ਹੀ ਪ੍ਰੀਤ ਪਾ, ਐ ਜੀਵ ਉਹਦੇ ਨਾਲ ਹੀ ਪ੍ਰੇਮ ਕਰ, ਉਹ ਸਦਾ ਤੇਰਾ ਸਹਾਈ ਬਣੇਗਾ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਆਪਣੇ ਦਰੋਂ ਕਰੋ ਨਾਮ ਦੀ ਦਾਤ, ਗੁਰਸਿੱਖੀ ਵਾਲਾ ਜੀਵਨ ਬਖਸ਼ ਕੇ ਨਿਵਾਜਣ ਜੀ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ, ਬਖਸ਼ ਲੈਣਗੇ। ਆਓ ਗੁਰੂ ਮੰਤਰ ਦਾ ਉਚਾਰਨ ਕਰੀਏ, ਕੋਈ ਰਸਨਾ ਵਾਂਝੀ ਨਾ ਰਹੇ। ਪਿਆਰ ਸਹਿਤ ਆਖੋ ਜੀ ਵਾਹਿਗੁਰੂ 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 ਵਾਹਿਗੁਰੂ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਸਭਨਾਂ ਨੂੰ ਆਪਣੇ ਦਰੋਂ ਕਰੋ ਨਾਮ ਦੀ ਦਾਤ, ਗੁਰਸਿੱਖੀ ਵਾਲਾ ਜੀਵਨ ਬਖਸ਼ ਕੇ ਨਿਵਾਜਣ ਜੀ। ਇਤਨੀਆਂ ਬੇਨਤੀਆਂ ਪ੍ਰਵਾਨ ਕਰਦੇ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।